ਸਵਾਗਤ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਸਰਦਾਰ ਤਰਲੋਚਨ ਸਿੰਘ, ਸਾਬਕਾ ਮੈਂਬਰ ਪਾਰਲੀਮੈਂਟ, ਸਾਬਕਾ ਚੇਅਰਮੈਨ ਘੱਟ ਗਿਣਤੀ ਕਮਿਸ਼ਨ ਭਾਰਤ ਸਰਕਾਰ। ਸਰਦਾਰ ਸਾਹਿਬ ਜੀ ਆਇਆਂ। ਸਤਿ ਸ਼੍ਰੀ ਅਕਾਲ ਰੰਧਾਵਾ ਜੀ, ਸਾਰੇ ਦਰਸ਼ਕਾਂ ਨੂੰ ਵੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਪੰਜਾਬ ਦੇ ਰਾਜਨੀਤਿਕ ਹਾਲਾਤ ਤੇ ਜੇ ਪਹਿਲੀ ਟਿੱਪਣੀ ਕਰਾਂ ਤਾਂ ਮਹਾਰਥੀਆਂ ਨੂੰ ਗੋਡਿਆਂ ਭਰ ਹੋਣਾ ਪੈ ਗਿਆ ਲੋਕ ਜਨਸ਼ਕਤੀ ਦੇ ਮੂਹਰੇ। ਕਿਸਾਨ ਜਥੇਬੰਦੀਆਂ ਦੇ ਅੱਗੇ ਜਿਹੜੇ ਸਿਆਸੀ ਨੁਮਾਇੰਦੇ ਸੀ ਉਹ ਸਰੈਂਡਰ ਕਰ ਗਏ, ਲੇਕਿਨ ਜੇ ਦੂਜੀ ਟਿੱਪਣੀ ਕਰਨੀ ਹੋਵੇ ਤਾਂ ਕਿਸਾਨ ਜਥੇਬੰਦੀਆਂ ਸਿਆਸੀ ਪਿੜ 'ਚ ਨੱਚਣਾ ਤਾਂ ਚਾਹੁੰਦੀਆਂ ਪਰ ਘੁੰਡ ਕੱਢ ਕੇ। ਤੀਜੀ ਗੱਲ, ਜਿਸ ਦਿਸ਼ਾ ਨੂੰ ਵੱਧ ਰਹੇ ਹਾਂ ਕਿ ਇਤਿਹਾਸਕ ਵਰਤਾਰਿਆਂ ਦੇ ਨਜ਼ਰੀਓਂ ਕੋਈ ਗਲਤੀ ਹੋ ਰਹੀ ਆ, ਅਸੀਂ ਸਿਆਸੀ ਸਰਗਰਮੀਆਂ ਨੂੰ ਬ੍ਰੇਕ ਲਾ ਕੇ ਕੁਝ ਗਲਤ ਤਾਂ ਨਹੀਂ ਕਰ ਰਹੇ। ਜਦੋਂ ਸਿਆਸੀ ਸਰਗਰਮੀਆਂ ਬ੍ਰੇਕ ਤੇ ਆ ਜਾਂਦੀਆਂ ਉਸ ਤੋਂ ਬਾਅਦ ਵਾਪਰਨ ਵਾਲੇ ਘਟਨਾਕ੍ਰਮ ਕਿਹੋ ਜਿਹੇ ਹੋ ਸਕਦੇ ਆ, ਸਾਨੂੰ ਕਿਹੋ ਜਿਹੇ ਨਤੀਜੇ ਭੁਗਤਣੇ ਪੈ ਸਕਦੇ ਆ, ਵੱਡਾ ਸਵਾਲ ਆ। ਕਿਸਾਨ ਜਥੇਬੰਦੀਆਂ ਦਾ ਫੈਸਲਾ ਬਾਕੀ ਭਾਰਤ ਨਾਲੋਂ ਸਿਰਫ ਪੰਜਾਬ ਦੇ ਵਿੱਚ ਇਵੇਂ ਕਰਕੇ ਕੀ ਦਰੁਸਤ ਆ? ਇਹਨਾਂ ਮੁੱਦਿਆਂ ਤੇ ਗੱਲ ਕਰਾਂਗੇ। ਸਰਦਾਰ ਸਾਹਿਬ, ਦੂਜਾ ਮੁੱਦਾ ਅਹਿਮ ਆ। ਬਟਾਲੇ ਨੂੰ ਜ਼ਿਲ੍ਹਾ ਬਣਾਉਣ ਦੇ ਸਮਾਨਾਂਤਰ ਜਿਹੜੀ ਮੂਵ ਚੱਲ ਰਹੀ ਆ ਕਿ ਕਰਤਾਰਪੁਰ ਸਾਹਿਬ ਦੇ ਨਜ਼ਰੀਓਂ ਡੇਰਾ ਬਾਬਾ ਨਾਨਕ ਅਹਿਮ ਸਥਾਨ ਹੈ ਔਰ ਭਾਰਤ ਸਰਕਾਰ ਜੇ ਇੱਥੇ ਸਮਾਰਟ ਟਾਊਨ ਵਿਕਸਿਤ ਕਰੇ ਤੇ ਪੰਜਾਬ ਸਰਕਾਰ ਇਨੀਸ਼ੀਏਟ ਕਰੇ, ਮੈਨੂੰ ਲੱਗਦਾ ਇਤਿਹਾਸਕ ਪੱਖ ਤੋਂ ਇੱਕ ਅਹਿਮ ਸਵਾਲ ਹੋ ਸਕਦਾ। ਜਿੱਧਰ ਅੱਗੇ ਗੱਲ ਚੱਲੀ, NRIs ਵੀ ਇਹਦੇ ਤੇ ਗੱਲ ਕਰ ਰਹੇ ਆ, ਕੇਂਦਰੀ ਮੰਤਰੀ ਹਰਦੀਪ ਪੁਰੀ ਨੂੰ ਵੀ ਇਸ ਮਾਮਲੇ 'ਚ ਅਪਰੋਚ ਕੀਤਾ ਜਾ ਰਿਹਾ, ਅਸੀਂ ਵੀ ਕਰਾਂਗੇ। ਲੇਕਿਨ ਤੀਜਾ ਸਵਾਲ, ਜਲਿਆਂਵਾਲੇ ਬਾਗ ਨੂੰ ਲੈ ਕੇ ਜਿਹੜੇ ਮਸਲੇ ਵਾਵੇਲੇ ਖੜੇ ਹੋਏ ਆ, ਤੁਸੀਂ ਉਹਦੇ ਮੈਂਬਰ ਹੋ, ਉਹਦੇ ਤੇ ਵੀ ਗੱਲ ਕਰਾਂਗੇ। ਸਭ ਤੋਂ ਪਹਿਲਾਂ ਤੁਹਾਡੀ ਟਿੱਪਣੀ ਲੈਣਾ ਚਾਹੂੰਗਾ ਕਿ ਕਿਸਾਨ ਜਥੇਬੰਦੀਆਂ ਨੇ ਸਿਆਸੀ ਸਰਗਰਮੀਆਂ ਰੋਕਤੀਆਂ ਤੇ ਸਿਆਸੀ ਨੁਮਾਇੰਦੇ ਇੱਕ ਤਰ੍ਹਾਂ ਨਾਲ ਸਰੈਂਡਰ ਕਰ ਗਏ। ਐਸੀ ਸਥਿਤੀ ਦੇ ਵਿੱਚ ਇਤਿਹਾਸਕ ਵਰਤਾਰਿਆਂ ਦੇ ਨਜ਼ਰੀਓਂ ਇਸ ਫੈਸਲੇ ਨੂੰ ਕਿੱਦਾਂ ਦੇਖਦੇ ਹੋ? ਇੱਥੋਂ ਸ਼ੁਰੂ ਕਰਦੇ ਹਾਂ ਜੀ। ਰੰਧਾਵਾ ਜੀ, ਬੜੇ ਇੰਪੋਰਟੈਂਟ ਤਿੰਨੋਂ ਕੁਐਸਚਨ ਤੁਸੀਂ ਅੱਜ ਰੇਜ਼ ਕੀਤੇ ਹੈ, ਜਿਹੜੇ ਕਿ ਅੱਜ ਦੇ ਹਾਲਾਤ ਨਾਲ ਸਾਰੇ ਲੋਕਾਂ ਦਾ ਔਰ ਖਾਸ ਕਰਕੇ ਤੁਹਾਡੇ ਦਰਸ਼ਕ ਇੰਟਰਨੈਸ਼ਨਲ ਵੀ ਪੜ੍ਹੇ ਹੈ, ਉਹ ਇਸ ਦੇ ਵਿਚਾਰ ਸੁਣਨਾ ਚਾਹੁੰਦੇ ਆ। ਜਿਹੜਾ ਪਹਿਲਾ ਸਵਾਲ ਹੈ ਕਿਸਾਨ ਜਥੇਬੰਦੀਆਂ ਦਾ, ਇਸ ਗੱਲ ਬਾਰੇ ਕਿਸੇ ਨੂੰ ਕੋਈ ਵੀ ਕਿਧਰੇ ਮੈਂ ਤੇ ਅੱਜ ਤੱਕ ਸੁਣਿਆ ਨਹੀਂ ਕਿ ਜਿਹੜਾ ਕਿਸਾਨ ਜਥੇਬੰਦੀਆਂ ਦੀ ਡਿਮਾਂਡ ਦੇ ਹੱਕ 'ਚ ਨਾ ਹੋਵੇ। ਇਤਨੀ ਵੱਡੀ ਇਹਨਾਂ ਨੂੰ ਸਪੋਰਟ, ਮਾਰਲ ਸਪੋਰਟ, ਪਬਲਿਕ ਸਪੋਰਟ ਜੋ ਮਿਲੀ ਹੈ, ਇਹ ਬਹੁਤ ਵੱਡੀ ਗੱਲ ਹੈ। ਇਹ ਇਤਿਹਾਸਕ ਇਹਨਾਂ ਦੀ ਇੱਕ ਜਿੱਤ ਹੈ ਕਿ ਅੱਜ ਸਾਰਾ ਦੇਸ਼ ਵਿੱਚ ਇਹਨਾਂ ਨੂੰ ਹਰ ਜਗ੍ਹਾ ਸਨਮਾਨ ਮਾਣ ਮਿਲ ਰਿਹਾ। ਲੇਕਿਨ ਜੋ ਪੰਜਾਬ ਵਿੱਚ ਇਹਨਾਂ ਦਿਨਾਂ ਵਿੱਚ ਇਹ ਨਵੀਂ ਗੱਲ ਆਈ ਹੈ, ਇਹ ਇੱਕ ਨਵੇਕਲੀ ਜੀ ਗੱਲ ਬਣ ਕੇ ਰਹਿ ਗਈ। ਔਰ ਮੈਂ ਤੁਹਾਡੇ ਰਾਹੀਂ ਜਿਹੜੀ ਇਸ ਗੱਲ ਚਰਚਾ ਕਰਨਾ ਚਾਹੁੰਦਾ, ਤੁਸੀਂ ਇਹਦੇ ਨਾਲ ਇੱਕ ਛੋਟਾ ਜਿਹਾ ਸਵਾਲ ਕੀਤਾ ਕਿ ਕੀ ਪਹਿਲਾਂ ਵੀ ਇਹੋ ਜਿਹੀ ਗੱਲਾਂ ਹੋਈਆਂ? ਰੰਧਾਵਾ ਜੀ, ਪੰਜਾਬ ਬੜਾ ਦੁਖਾਂਤ ਭੁਗਤ ਚੁੱਕਿਆ। ਜਿੰਨਾ ਪੰਜਾਬ ਨੇ ਦੁਖਾਂਤ ਭੁਗਤਿਆ, ਮੈਂ ਤੁਹਾਡੇ ਚੈਨਲ ਤੇ ਬੋਲਿਆ ਸੀ ਜੋ 47 ਵਿੱਚ ਪਾਰਟੀਸ਼ਨ ਤੇ ਅਸੀਂ 5 ਲੱਖ ਮਰੇ, ਕਰੋੜ ਬੰਦਾ ਮਾਈਗ੍ਰੇਟ ਹੋਇਆ। ਇੰਨਾ ਵੱਡਾ ਦੁਖਾਂਤ ਉਦੋਂ ਹੋਇਆ। ਉਸ ਤੋਂ ਬਾਅਦ 84 ਦਾ ਦੁਖਾਂਤ ਹੋਇਆ ਔਰ ਉਹ 84 ਦੇ ਦੁਖਾਂਤ ਆਮ ਕਰਕੇ ਇਹ ਵਾਕਿਆ ਜਾਂਦਾ ਹੈ ਕਿ ਸਿਰਫ 84 ਵਾਲੇ ਦਿਨ ਨਹੀਂ ਹੋਇਆ। ਵੇਖੋ, ਜਿਹੜਾ ਫੌਜ ਦਾ ਹਮਲਾ 84 7 ਜੂਨ ਨੂੰ ਹੋਇਆ, ਉਹਦੇ 'ਚ ਜਿੰਨੇ ਕੁ ਮਰੇ ਥੋੜੇ ਅੰਦਰ ਦਰਬਾਰ ਸਾਹਿਬ 'ਚ, ਲੇਕਿਨ 84 ਤੋਂ ਲੈ ਕੇ ਇਹ ਲਗਾਤਾਰ 95 96 ਤੱਕ ਜਿਹੜਾ ਇਹ ਦੁਖਾਂਤ ਚੱਲਿਆ, ਇਹ ਬੜਾ ਇਤਿਹਾਸ ਹੈ। ਉਸ ਦੀ ਮੈਂ ਤੁਹਾਨੂੰ ਇਸ ਕਰਕੇ ਕਹਿਣਾ ਚਾਹੁੰਦਾ ਕਿ ਜਿਵੇਂ ਅੱਜ ਫਾਰਮਰਜ਼ ਯੂਨੀਅਨ ਨੇ ਕੁਝ ਪਾਬੰਦੀਆਂ ਲਾਈਆਂ, ਇੱਦਾਂ ਉਸ ਵਕਤ ਇਹਨਾਂ ਨੂੰ ਖਾੜਕੂ ਕਹਿੰਦੇ ਸੀ। ਪੰਜਾਬ ਵਿੱਚ ਜਦੋਂ ਬਰਨਾਲਾ ਸਾਹਿਬ ਦੀ ਸਰਕਾਰ 86 'ਚ ਹਟੀ, ਡਿਸਮਿਸ ਹੋਈ, ਪਰ ਬਰਨਾਲਾ ਸਾਹਿਬ ਦੀ ਸਰਕਾਰ ਇਲੈਕਟ ਹੋਈ ਸੀ ਲੌਂਗੋਵਾਲ ਅਕਾਰਡ ਕਰਕੇ। ਇਲੈਕਸ਼ਨਾਂ ਹੋਈਆਂ, ਬਰਨਾਲਾ ਸਾਹਿਬ ਮੁੱਖ ਮੰਤਰੀ ਬਣ ਗਏ। 1 ਸਾਲ ਵੀ ਨਾ ਚੱਲੀ ਤਾਂ ਇਹ ਸਰਕਾਰ ਡਿਸਮਿਸ ਹੋਈ ਕਿਉਂਕਿ ਪੰਜਾਬ ਵਿੱਚ ਲਾਅ ਆਰਡਰ ਹੋ ਗਿਆ। ਉਸ ਤੋਂ ਬਾਅਦ ਪ੍ਰਧਾਨ ਰਾਜ ਹੀ ਰਿਹਾ ਜੇ। ਬੜੀ ਵੱਡੀ ਗੱਲ ਹੈ ਕਿ ਲਗਾਤਾਰ 86 ਤੋਂ ਜਦ ਤੱਕ ਸਰ ਬਿਆਨ ਸਿੰਘ ਨਹੀਂ ਬਣੇ, ਇਹ ਪ੍ਰਧਾਨ ਰਾਜ ਰਿਹਾ। ਮੈਂ ਸਰਦਾਰ ਸਾਹਿਬ ਇੱਕ ਪਹਿਲੂ ਮੈਂ ਇਹਦੇ 'ਚ ਐਡ ਕਰ ਦਿਆਂ ਕਿ ਕਿਸਾਨ ਜਥੇਬੰਦੀਆਂ ਤੇ ਖਾੜਕੂਆਂ 'ਚ ਕੋਈ ਸਮਾਨਤਾ ਨਹੀਂ। ਕਿਸਾਨ ਜਥੇਬੰਦੀਆਂ ਸਾਡੀਆਂ ਭਾਵਨਾਵਾਂ ਦੀਆਂ ਤਰਜਮਾਨ ਨੇ ਤੇ ਸਾਡਾ ਖੂਨ ਉਹਨਾਂ ਲਈ ਖੌਲਦਾ ਵੀ ਆ ਤੇ ਹਾਜ਼ਰ ਵੀ ਆ ਪੂਰੇ ਪੰਜਾਬੀਆਂ ਦਾ। ਔਰ ਪੰਜਾਬੀਆਂ ਨੇ ਜਿੰਨਾ ਸਮਰਥਨ ਦਿੱਤਾ ਉਹ ਲਾਮਿਸਾਲ ਆ, ਬੇਮਿਸਾਲ ਆ। ਮੇਰੀ ਗੱਲ ਸੁਣੋ, ਮੈਂ ਕੋਈ ਖਾੜਕੂਆਂ ਦਾ ਜਾਂ ਅੱਜ ਦੇ ਕਿਸਾਨ ਭਰਾਵਾਂ ਦਾ ਕੋਈ ਸੰਬੰਧਤ ਮੈਂ ਨਹੀਂ ਜੋੜ ਰਿਹਾ। ਕਿਸਾਨ ਭਰਾ ਇੱਕ ਡੈਮੋਕ੍ਰੈਟਿਕ ਪ੍ਰੋਸੈਸ ਇੱਕ ਆਪਣੀ ਮੰਗ ਰੱਖ ਕੇ ਲੜੇ। ਲੇਕਿਨ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ
ਕਿ ਜਦੋਂ 91 ਵਿੱਚ ਇਲੈਕਸ਼ਨ ਅਨਾਉਂਸ ਹੋਈ ਪੰਜਾਬ ਵਿੱਚ ਇੱਥੇ ਗਵਰਨਰ ਰਾਜ ਵਿੱਚ, ਤਾਂ ਉਸ ਵਕਤ ਇੱਕ ਬਾਈਕਾਟ ਦੀ ਕਾਲ ਆ ਗਈ। ਮੈਂ ਇਸ ਕਰਕੇ ਤੁਹਾਨੂੰ ਵਰਣਨ ਕਰ ਰਿਹਾ ਕਿਉਂਕਿ ਤੁਸੀਂ ਗੱਲ ਕੀਤੀ ਇਲੈਕਸ਼ਨ ਬਾਈਕਾਟ ਦੀ। ਇਹ ਬਾਈਕਾਟ ਉਦੋਂ ਭਰਾਵਾਂ ਖੜਕੂਆਂ ਨੇ ਕੀਤਾ, ਤਾਂ ਅਕਾਲੀ ਦਲ, ਬਾਦਲ ਸਾਹਿਬ, ਸਿਮਰਨਜੀਤ ਸਿੰਘ ਮਾਨ, ਸਾਰੇ ਗਰੁੱਪ ਇਲੈਕਸ਼ਨ ਬਾਈਕਾਟ ਕਰਕੇ, ਔਰ ਉਹ ਇਲੈਕਸ਼ਨਾਂ ਹੋਈਆਂ ਤਕਰੀਬਨ 12% ਵੋਟ ਸਰ ਬਿਆਨ ਸਿੰਘ ਦੀ ਸਰਕਾਰ ਬਣੀ। ਸੋ ਜਿਹੜਾ ਬਾਈਕਾਟ, ਕਿਉਂਕਿ ਤੁਸੀਂ ਮੈਂਸ਼ਨ ਕੀਤਾ, ਇਹ ਬਾਈਕਾਟ ਇੱਕ ਵਾਰੀ ਪੰਜਾਬ ਵਿੱਚ ਪਹਿਲਾਂ ਇਲੈਕਸ਼ਨਾਂ 'ਚ ਹੋ ਚੁੱਕਾ, ਪਰ ਮੇਰੀ ਅੱਜ ਦੇ ਮੁਤਾਬਕ ਇਹ ਰਾਏ ਹੈ ਕਿ ਜੋ ਕਿਸਾਨ ਭਰਾ ਚਾਹੁੰਦੇ ਨੇ ਉਹ ਇਹ ਚਾਹੁੰਦੇ ਨੇ ਕਿ ਸਾਰਾ ਪੰਜਾਬ ਉਹਨਾਂ ਦੇ ਨਾਲ ਖੜਾ। ਸੋ ਇਹ ਇੱਕ ਬੜੀ ਵੱਡੀ ਗੱਲ ਹੈ, ਆਲਰੇਡੀ ਖੜਾ, ਕਿਉਂਕਿ ਜਿਤਨੀਆਂ ਚਾਹੇ ਪੰਜਾਬ ਗੌਰਮੈਂਟ ਹੈ, ਚਾਹੇ ਕਾਂਗਰਸ ਹੈ, ਅਕਾਲੀ ਦਲ ਹੈ, ਆਪ ਸਾਰੀਆਂ ਬਸਵਾਏ ਬੀਜੇਪੀ ਤੋਂ, ਸਾਰੀਆਂ ਪਾਰਟੀਆਂ, ਚਾਹੇ ਢੀਂਡਸਾ ਜੀ ਦੀ ਹੈ, ਸਾਰੀਆਂ ਇਹਨਾਂ ਨੂੰ ਸਪੋਰਟ ਕਰ ਰਹੀਆਂ। ਲੇਕਿਨ ਜੋ ਇਹ ਕੱਲ ਇਹਨਾਂ ਨੇ ਗੱਲ ਮੀਟਿੰਗ ਕੀਤੀ, ਮੈਨੂੰ ਨਹੀਂ ਪਤਾ ਪੋਲੀਟੀਕਲ ਪਾਰਟੀਆਂ ਨੇ ਕੀ ਰਾਏ ਦਿੱਤੀ ਹੈ। ਮੇਰੀ ਆਪਣੀ ਜ਼ਾਤੀ ਰਾਏ ਹੈ ਕਿ ਪੋਲੀਟੀਕਲ ਪ੍ਰੋਸੈਸ ਇੰਡੀਆ ਵਿੱਚ, ਕਨਸਟੀਟਿਊਸ਼ਨ ਵਿੱਚ 1947 ਜਦੋਂ ਆਜ਼ਾਦ ਹੋਇਆ ਬਣਿਆ, ਜਿਹੜਾ ਪੋਲੀਟੀਕਲ ਪ੍ਰੋਸੈਸ ਹੈ ਇਹ ਰੋਕਣਾ ਕਿਸੇ ਗੱਲ ਇਹ ਸ਼ਾਇਦ ਜਾਇਜ਼ ਨਹੀਂ ਹੋਏਗਾ। ਮੈਂ ਤੇ ਇੱਕੋ ਸੁਝਾਅ ਤੁਹਾਨੂੰ ਦਿੰਦਾ ਰੰਧਾਵਾ ਜੀ, ਕਿਉਂਕਿ ਤੁਹਾਡਾ ਸੰਬੰਧ ਵੀ ਹੈ, ਤੁਹਾਡੀ ਟੀਵੀ ਦੀ ਪਪੂਲੈਰਿਟੀ ਹੈ। ਜੋ ਕਿਸਾਨ ਭਰਾ ਚਾਹੁੰਦੇ ਕਿ ਹਰ ਪਾਰਟੀ ਉਹਨਾਂ ਨਾਲ ਖੜੇ, ਤਾਂ ਇੱਕ ਐਗਰੀਡ ਕਿਸਾਨ ਭਰਾ ਇੱਕ ਡੈਕਲਰੇਸ਼ਨ ਬਣਾਉਣ, ਉਹਨੂੰ ਕਹਿਣ ਇਹ ਡੈਕਲਰੇਸ਼ਨ ਹੈ ਕਿ ਕੋਈ ਪੋਲੀਟੀਕਲ ਐਕਟੀਵਿਟੀ ਅੱਜ ਤੋਂ ਬਾਅਦ ਜਿਹੜੀ ਪਾਰਟੀ ਪੰਜਾਬ ਵਿੱਚ ਕਰੇਗੀ, ਉਹ ਸਟੇਜ ਤੋਂ ਇਹ ਡੈਕਲਰੇਸ਼ਨ ਪੜ੍ਹਿਆ ਜਾਏਗਾ। ਉਹਦੇ ਵਿੱਚ ਲਿਖਿਆ ਹੋਵੇ ਅਸੀਂ ਜਿਹੜੇ ਅੱਜ ਖੜੇ ਹਾਂ, ਬੈਠੇ ਹਾਂ, ਅੱਜ ਫੰਕਸ਼ਨ ਤੇ ਜਾਂ ਸਟੇਜ ਤੇ ਹਾਂ, ਅਸੀਂ ਕਿਸਾਨ ਭਰਾਵਾਂ ਦੀ ਮੰਗ ਦੇ ਨਾਲ ਸਹਿਮਤ ਹਾਂ, ਅਸੀਂ ਡਟ ਕੇ ਇਹਨਾਂ ਨਾਲ ਖੜੇ ਹਾਂ, ਔਰ ਜਿਹੜਾ ਪ੍ਰੋਸੈਸ ਅਸੀਂ ਕਰ ਰਹੇ ਹਾਂ, ਜਦੋਂ ਕੋਈ ਨਵੀਂ ਪਾਰਟੀ ਸਾਡੀ ਆਏਗੀ ਅਸੀਂ ਇਹਨਾਂ ਦੇ ਨਾਲ ਖੜੇ ਹਾਂ। ਸੋ ਇਹੋ ਜਿਹਾ ਡੈਕਲਰੇਸ਼ਨ ਹੋ ਜਾਏ। ਪੋਲੀਟੀਕਲ ਪਾਬੰਦੀ ਲਾਉਣ ਦੇ ਇਲਾਵਾ, ਕਿਉਂਕਿ ਇਸ ਨਾਲ ਪੰਜਾਬ ਦਾ ਨੁਕਸਾਨ ਹੈ। ਦੇਖੋ ਪੰਜਾਬ ਕ੍ਰਾਈਸਿਸ 'ਚ ਹੈ, ਇਕਨੋਮਿਕ ਕ੍ਰਾਈਸਿਸ, ਉਹ ਅਸੀਂ ਭੁੱਲ ਜਾਂਦੇ ਹਾਂ। ਜੇ ਪੰਜਾਬ ਦੀ ਖਬਰ ਹੀ ਨਹੀਂ ਛਪਣੀ ਬਾਹਰ, ਆਫਟਰ ਜਦੋਂ ਪੋਲੀਟੀਕਲ ਪਾਰਟੀਆਂ ਜਲਸੇ ਕਰਦੀਆਂ, ਕੀ ਕਰਦੀਆਂ? ਇੱਕ ਤੇ ਸਰਕਾਰ ਨੂੰ ਕ੍ਰਿਟਿਸਾਈਜ਼ ਕਰਦੀਆਂ, ਸਰਕਾਰ ਆਪਣੇ ਪਾਰਟੀ ਆਪਣੇ ਗੁਣ ਗਾਉਂਦੀ ਹੈ, ਐਟਲੀਸਟ ਲੋਕਾਂ ਨੂੰ ਗਿਆਨ ਤੇ ਪ੍ਰਾਪਤ ਹੁੰਦਾ ਨਾ, ਔਰ ਉਹ ਅਖਬਾਰਾਂ 'ਚ ਛਪਦਾ। ਤੁਸੀਂ ਵੀ ਟੀਵੀ ਕਰਦੇ ਹੋ, ਜੇ ਜਿਸ ਤਰ੍ਹਾਂ ਇਹ ਕਹਿ ਰਹੇ ਹੈ ਕਿ 6 ਮਹੀਨੇ ਫਰਵਰੀ 'ਚ ਇਲੈਕਸ਼ਨ ਹੋਣੀ ਹੈ, ਦਸੰਬਰ ਤੱਕ ਹੁਣ 4 ਮਹੀਨੇ ਕੋਈ ਕੰਮ ਨਾ ਹੋਵੇ, ਇਟ ਮੀਨ ਕਿ ਪੰਜਾਬ ਵਿਲ ਬੀ ਆਊਟ ਆਫ ਦ ਨਿਊਜ਼, ਪੰਜਾਬ ਵਿਲ ਬੀ ਟੋਟਲ ਐਲੀਮੀਨੇਟਡ ਫਰਮ ਟੀਵੀ ਐਂਡ ਨਿਊਜ਼ਪੇਪਰ। ਸੋ ਮੇਰੀ ਤੇ ਇੱਕ ਬੇਨਤੀ ਹੈ ਕਿ ਸਾਰੀਆਂ ਪਾਰਟੀਆਂ ਤੇ ਕਿਸਾਨ ਭਰਾ ਇੱਕ ਜਾਇੰਟ ਐਸੀ ਮੀਟਿੰਗ ਕਰਨ, ਬਈ ਇਹ ਜਿਹੜੀ ਤੁਹਾਡੀਆਂ ਕਾਰਵਾਈਆਂ ਇਹਨਾਂ 'ਚ ਕੋਈ ਐਸੀ ਭਾਵਨਾ ਨਾ ਆਏ ਕਿ ਪੰਜਾਬ ਦੇ ਲੋਕ ਕਿਧਰੇ ਇਹ ਹੋ ਜਾਏ ਕਿ ਅਸੀਂ ਹੁਣ ਕਿਸਾਨ ਮੂਵਮੈਂਟ ਪਿੱਛੇ ਜਾਏਗੀ। ਸਾਡਾ ਕਿਸਾਨ ਮੂਵਮੈਂਟ ਪ੍ਰਾਇਰਟੀ, ਪੰਜਾਬ ਦਾ ਜਿੰਦ ਜਾਨ ਹੈ, ਪੰਜਾਬ ਨੂੰ ਲੋੜ ਹੈ ਕਿ ਇਹ ਬਿੱਲ ਜਿਹੜੇ ਤੁਰੰਤ ਜੋ ਗੌਰਮੈਂਟ ਨੇ ਕੀਤੇ ਨੇ ਵਾਪਸ ਲੈ ਜਾਣ। ਉਸ ਗੱਲ ਤੇ ਮੈਂ ਤੁਹਾਡੇ ਨਾਲ, ਤੁਹਾਡੀ ਵੀ ਇਹੀ ਰਾਏ ਹੈ, ਮੇਰੀ ਵੀ ਇਹ ਰਾਏ ਹੈ, ਲੇਕਿਨ ਸਾਡੀ ਇਹ ਰਾਏ ਹੈ ਜੋ ਕਿਸਾਨ ਭਰਾ ਚਾਹੁੰਦੇ ਨੇ, ਸ਼ਾਇਦ ਉਹ ਤਰੀਕਾ ਗਲਤ ਹੈ, ਉਹਦਾ ਸਾਨੂੰ ਨੁਕਸਾਨ ਕੀ ਹੋਣਾ ਹੈ ਕਿ ਸਾਰੇ ਹਿੰਦੁਸਤਾਨ ਵਿੱਚ ਇਹ ਇੱਕ ਨਵੀਂ ਪਰੰਪਰਾ ਬਣ ਜਾਏਗੀ ਕਿ ਕੀ ਨਹੀਂ ਸਰਦਾਰ ਸਾਹਿਬ ਇੱਕ ਹੋਰ ਪਹਿਲੂ ਆ। ਦੇਖੋ, ਜਿਸ ਧਰਾਤਲ ਤੇ ਬੈਠੇ ਹੋਈਏ ਉਹਦੀ ਖੈਰ ਸੁੱਖ ਮੰਗੀ ਦੀ ਹੈ। ਕਿਸਾਨ ਜਥੇਬੰਦੀਆਂ ਨੂੰ ਧਰਾਤਲ ਪ੍ਰਦਾਨ ਕੀਤਾ ਪੰਜਾਬ ਔਰ ਹਰਿਆਣਾ ਦੇ ਲੋਕਾਂ ਨੇ। ਪੰਜਾਬ ਔਰ ਹਰਿਆਣਾ ਦੇ ਲੋਕਾਂ ਦੇ ਜਿਹੜੇ ਲੋਕਤੰਤਰਿਕ ਹੱਕ ਆ ਰਾਜਨੀਤੀ ਦੇ ਵਿੱਚ ਸ਼ਾਮਲ ਹੋਣ ਤੇ ਐਕਟੀਵਿਟੀ ਦੇ, ਉਹਨਾਂ ਨੂੰ ਸਟੇਕ ਤੇ ਨਹੀਂ ਰੱਖਿਆ ਜਾ ਸਕਦਾ। ਜਿਹੜਾ ਤੁਹਾਡਾ ਸਮਰਥਨ ਦਾ ਗੜ ਹੈ ਔਰ ਜਿਹੜੀ ਤੁਹਾਡੀ ਆਪਣੀ ਜ਼ਮੀਨ ਆ ਜਿਹਦੇ ਤੇ ਤੁਸੀਂ ਖੜੇ ਹੋ, ਉਹਨੂੰ ਤੁਸੀਂ ਸਟੇਕ ਤੇ ਨਹੀਂ ਲਾ ਸਕਦੇ। ਤੁਸੀਂ ਜਦੋਂ ਸਾਰੀਆਂ ਪੰਜਾਬ ਦੀਆਂ ਸਿਆਸੀ ਪਾਰਟੀਆਂ ਤੁਹਾਨੂੰ ਬਿਨਾਂ ਸ਼ਰਤ ਸਮਰਥਨ ਕਰ ਰਹੀਆਂ, ਸਾਰੀਆਂ ਸਿਆਸੀ ਪਾਰਟੀਆਂ ਬੀਜੇਪੀ ਨੂੰ ਛੱਡ ਕੇ ਜਦੋਂ ਸਾਰੀਆਂ ਸਿਆਸੀ ਪਾਰਟੀਆਂ ਸਮਰਥਨ ਕਰ ਰਹੀਆਂ, ਤੇ ਉਹਨਾਂ ਦੇ ਉੱਤੇ ਰੁਕਾਵਟਾਂ ਲਾਉਣੀਆਂ ਕਿੰਨੀਆਂ ਜਾਇਜ਼ ਨੇ? ਨੰਬਰ 1, ਹਾਲਾਂਕਿ ਮੈਨੂੰ ਬਹੁਤ ਸਾਰੀ ਆਲੋਚਨਾ ਦਾ ਸਾਹਮਣਾ ਕਰਨਾ ਪਊਗਾ। ਅਸੀਂ ਪਪੂਲਰ ਜਿਹੜੀ ਥਿੰਕਿੰਗ ਉਹਦੇ ਨਾਲ ਚੱਲ ਕੇ ਸੌਖੇ ਰਹਿੰਦੇ ਹਾਂ, ਲੇਕਿਨ ਮੈਨੂੰ ਇੰਝ ਲੱਗਦਾ ਜਦੋਂ ਸਾਰੇ ਹੀ ਤੁਹਾਡੇ ਨਾਲ ਤੁਰਦੇ ਆ, ਸਮਰਥਨ ਕਰ ਰਿਹਾ, ਉਹਨਾਂ ਨੂੰ ਰੋਕ ਕੇ ਅਸੀਂ ਕਿਸੇ ਕੇਂਦਰੀ ਜਿਹੜੀ ਸ਼ਾਸਕ ਜਮਾਤ ਹੈ ਉਹਨੂੰ ਮੌਕਾ ਦੇ ਰਹੇ ਹਾਂ ਕਿ ਉਹ ਪੰਜਾਬ ਨੂੰ ਸਟਰਕ ਹੋਇਆ ਪੋਲੀਟੀਕਲੀ ਸਮਝ ਕੇ, ਪੰਜਾਬ ਦੇ ਵਿੱਚ ਸਾਰੀਆਂ ਸਰਗਰਮੀਆਂ ਰੁਕੀਆਂ ਸਮਝ ਕੇ ਇਹਨੂੰ ਮੁੜ ਕੇ ਬਹਾਲ ਕਰਨ ਦੇ ਨਜ਼ਰੀਏ ਨਾਲ ਕੋਈ ਫੈਸਲਾ ਲੈਣ ਕਿ ਅਸੀਂ ਉੱਥੇ ਸਥਿਤੀ ਜਿਹੜੀ ਆ ਉਹ ਡੈਮੋਕ੍ਰੈਟਿਕ ਪ੍ਰੋਸੈਸ ਨੂੰ ਰੋਕਿਆ ਗਿਆ, ਉਹਨੂੰ ਚਲਾਉਣਾ ਚਾਹੁੰਦੇ ਆ। ਅਸੀਂ ਕਿਤੇ ਗਲਤੀ ਨਾਲ ਕੋਈ ਟੂਲ ਤਾਂ ਨਹੀਂ ਬਣ ਰਹੇ ਉਸ ਤਰ੍ਹਾਂ ਦੀ ਸੋਚ ਦਾ, ਜਿਹੜੀ ਸੋਚ ਵਾਰਾ ਖਾਂਦੀ ਹੈ। ਸੱਤਾ ਜਿਹੜੀ ਹੈ ਉਹਨੂੰ ਸਦਾ
ਉਹਨੂੰ ਸਦਾ ਜਿਹੜੀ ਹੈ ਤਾਕਤ ਦੀ ਵਰਤੋਂ ਸੌਖੀ ਲੱਗਦੀ ਆ, ਉਹਨੂੰ ਲੋਕਤੰਤਰਿਕ ਤਰੀਕੇ ਨਾਲ ਅੰਦੋਲਨ ਕਰਦੇ ਲੋਕ ਹਮੇਸ਼ਾ ਰੋਕਣੇ ਔਖੇ ਹੁੰਦੇ ਆ, ਸ਼ਾਂਤਮਈ। ਲੇਕਿਨ ਦੂਜਾ ਸਵਾਲ ਇਹ ਵੀ ਆ, ਕੁਝ ਇੱਕ ਸਵਾਲ ਖੜਾ ਹੁੰਦਾ ਕਿ ਕੀ ਕਿਸਾਨ ਜਥੇਬੰਦੀਆਂ ਇਹ ਵੀ ਕਿਤੇ ਮਨ 'ਚ ਖਿਆਲ ਪਾਲ ਰਹੀਆਂ ਕਿ ਅਸੀਂ ਜਿੱਤ ਕੇ ਆ ਕੇ ਪੋਲੀਟੀਕਲ ਪ੍ਰੋਸੈਸ ਦਾ ਹਿੱਸਾ ਬਣਾਂਗੇ ਤੇ ਫਿਰ ਹੀ ਦੂਜਿਆਂ ਨੂੰ ਆਗਿਆ ਦੇਵਾਂਗੇ ਤੁਸੀਂ ਵੀ ਆਓ? ਸੋ ਇਹ ਇੱਕ ਵੱਡਾ ਸਵਾਲ ਆ ਕਿ ਅਸੀਂ ਪੰਜਾਬ ਦੇ ਲੋਕਾਂ ਨੂੰ, ਆਪਣੀ ਜ਼ਮੀਨ ਨੂੰ ਕਿਤੇ ਖਤਰੇ 'ਚ ਤਾਂ ਨਹੀਂ ਪਾਉਂਦੇ, ਮਹਿਸੂਸ ਕਰਦੇ? ਕੋਈ ਇਹਦਾ ਵਰਸਟ ਰਿਐਕਸ਼ਨ ਵੀ ਆ ਸਕਦਾ ਜਿਹੜੇ ਚਾਹੁੰਦੇ ਨੇ ਕਿ ਹੋ ਜੇ? ਦੇਖੋ ਰੰਧਾਵਾ ਜੀ, ਇੱਕ ਗੱਲ ਬੜੀ ਕਲੀਅਰ ਹੈ, ਤੁਸੀਂ ਬੜੀ ਅੱਛੀ ਤਰ੍ਹਾਂ ਕਹਿਤੀ, ਮੈਂ ਵੀ ਕਹਿ ਰਿਹਾ, ਜਿੱਥੇ ਤੱਕ ਕਿਸਾਨ ਜਥੇਬੰਦੀਆਂ ਦੀ ਡਿਮਾਂਡ ਹੈ ਉਸ ਲਈ ਸਾਰਾ ਪੰਜਾਬ ਨਾਲ ਖੜਾ ਹੈ, ਹਰਿਆਣਾ ਖੜਾ ਹੈ, ਯੂਪੀ। ਇਸ ਬਾਰੇ ਜੇ ਚਰਚਾ ਦੁਬਾਰਾ ਸਾਨੂੰ ਕਰਨ ਦੀ ਕੀ ਲੋੜ ਹੈ? ਨਾ ਇਸ ਦੀ ਰੈਫਰੈਂਡਮ ਦੀ ਲੋੜ ਹੈ ਕਿ ਕੀ ਪੰਜਾਬੀ ਅੱਜ ਸਾਰਾ, ਵੇਖੋ ਜਿਨ੍ਹਾਂ ਦੀ ਜ਼ਮੀਨ ਨਹੀਂ, ਬਿਜ਼ਨਸਮੈਨ ਕਮਿਊਨਿਟੀ ਹੈ, ਉਹ ਵੀ ਤੁਹਾਡੇ ਨਾਲ ਖੜੀ ਹੈ, ਗਵਰਨਮੈਂਟ ਐਮਪਲਾਈ ਤੁਹਾਡੇ ਨਾਲ ਖੜਾ ਹੈ। ਸੋ ਇਸ ਬਾਰੇ ਦੁਬਾਰਾ ਇਹ ਕਹਿਣਾ ਕਿ ਪੰਜਾਬ ਦੇ ਲੋਕੋ ਤੁਸੀਂ ਸਾਡੇ ਨਾਲ ਰਹੋ, ਆਈ ਥਿੰਕ ਇਹ ਵਾਧੂ ਗੱਲ ਹੈ, ਇਹਦੀ ਲੋੜ ਨਹੀਂ। ਲੇਕਿਨ ਗੱਲ ਬੜੀ ਸਿੱਧੀ ਹੈ ਕਿ ਕਿਸਾਨ ਭਰਾ ਆਪਣੀ ਹੱਕ ਵਿੱਚ ਲੋਕਾਂ ਦੀ ਆਵਾਜ਼ ਉਠਾਉਣ ਲਈ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਆਪਣੇ ਨਾਲ ਜੋੜਨ। ਜੋ ਇਹ ਹੁਣ ਪ੍ਰੋਸੈਸ ਹੈ, ਇਹ ਨਾ ਹੋਵੇ ਕਿ ਪੋਲੀਟੀਕਲ ਪਾਰਟੀਆਂ ਦੀ ਔਰ ਤੁਹਾਡੇ 'ਚ ਕੁੜੱਤਣ ਆ ਜਾਏ, ਉਹਦਾ ਨੁਕਸਾਨ ਹੋਏਗਾ। ਬਜਾਏ ਕੁੜੱਤਣ ਦੇ ਇਹ ਵਾਇਆ ਮੀਡੀਆ ਜੋ ਮੈਂ ਦੱਸਿਆ ਕਿ ਜਦੋਂ ਸਮਾਗਮ ਪੰਜਾਬ ਵਿੱਚ ਰੈਲੀ ਕੋਈ ਪਾਰਟੀ ਕਰੇ, ਉੱਥੇ ਪਹਿਲੇ ਨਾਅਰੇ ਵੀ ਇਹ ਲਾਏ ਜਾਣ ਕਿਸਾਨ ਭਰਾਵਾਂ ਵਾਲੇ, ਉੱਥੇ ਡੈਕਲੇਰੇਸ਼ਨ ਪੜ੍ਹਿਆ ਜਾਏ, ਉਸ ਤੋਂ ਬਾਅਦ ਆਪਣੀ ਗੱਲ ਕਰਨ। ਜਿਹੜਾ ਇਹ ਡੈਮੋਕ੍ਰੈਟਿਕ ਪ੍ਰੋਸੈਸ ਕੇਵਲ ਇਲੈਕਸ਼ਨ ਕਮਿਸ਼ਨ ਰੋਕ ਸਕਦਾ। ਇਸ ਕਰਕੇ ਉਹ ਤਾਕਤ ਆਪਣੇ ਕੋਲ ਨਾ ਲਵੋ, ਇਹਦੀ ਸਾਨੂੰ ਕ੍ਰਿਟਿਸਿਜ਼ਮ ਮਿਲੇਗਾ। ਹਿੰਦੁਸਤਾਨ ਵਿੱਚ ਅੱਜ ਕੱਲ੍ਹ ਬੜੀ ਆਜ਼ਾਦੀ ਹੈ, ਤੁਸੀਂ ਦੇਖਦੇ ਹੋ ਭਾਰਤ ਸਰਕਾਰ ਦੇ ਕਈ ਫੈਸਲੇ ਕਿਵੇਂ ਲੋਕਾਂ ਦੇ, ਇੰਟੈਲੈਕਚੁਅਲ ਦੇ, 40-50 ਰਿਟਾਇਰਡ ਅਫਸਰਾਂ ਦੇ, ਜੱਜਸ ਦੇ ਕਿਵੇਂ ਬਿਆਨ ਆਉਂਦੇ ਹਨ। ਸੋ ਅੱਜ ਲੋਕਾਂ ਨੂੰ ਬੜੀ ਜਾਗਰਤੀ ਹੈ। ਕਿਧਰੇ ਇਹ ਨਾ ਹੋਵੇ ਕਿ ਇੱਕ ਨਵਾਂ ਲੋਕਾਂ 'ਚ ਵਿਚਾਰ ਸ਼ੁਰੂ ਹੋ ਜਾਏ ਕਿ ਕੀ ਪੰਜਾਬ ਦੇ ਲੋਕ ਕਨਸਟੀਟਿਊਸ਼ਨਲ ਜਿਹੜਾ ਇੰਡੀਆ ਦੀ ਡੈਮੋਕ੍ਰੈਟਿਕ ਪ੍ਰੋਸੈਸ ਹੈ ਉਹਨੂੰ ਬੰਦ ਕਰਨਾ ਚਾਹੁੰਦੇ। ਸੋ ਇਹ ਨਹੀਂ ਸਰ ਦੇਖੋ, ਆਜ਼ਾਦੀ ਕਿੰਨੀ ਆ, ਆਪਾਂ ਇਸ ਬਹਿਸ ਵਿੱਚ ਨਾ ਜਾਈਏ। ਹਰੇਕ ਦਾ ਆਪਣਾ ਵਿਊ ਪੁਆਇੰਟ ਹੋ ਸਕਦਾ ਹੈ, ਹਰੇਕ ਦਾ ਆਪਣਾ ਨਜ਼ਰੀਆ ਹੋ ਸਕਦਾ ਹੈ, ਔਰ ਹਰੇਕ ਕੋਈ ਨਾ ਕੋਈ ਕਿਸੇ ਧਿਰ ਨਾਲ ਜੁੜਿਆ ਵੀ ਹੋ ਸਕਦਾ, ਉਹਦੇ ਆਪਣੇ ਸਰੋਕਾਰ। ਸਾਡੇ ਇਸ ਮਿੱਟੀ ਦੇ ਕੰਸਰਨ ਆ ਕਿ ਸਿਰਫ ਐਸੀ ਪਾਬੰਦੀ ਕੱਲੀਆਂ ਪੰਜਾਬ ਦੀਆਂ ਸਿਆਸੀ ਜਮਾਤਾਂ ਤੇ ਕਿਉਂ ਹੋਵੇ, ਕੱਲੇ ਪੰਜਾਬ ਦੇ ਲੋਕਾਂ ਲਈ ਹੀ ਫੈਸਲੇ ਕਿਉਂ ਹੋਣ। ਇਹ ਜੇ ਸੰਯੁਕਤ ਕਿਸਾਨ ਮੋਰਚਾ ਹੈ ਤਾਂ ਉਹ ਸਮਾਨਾਂਤਰ ਯੂਪੀ ਔਰ ਬਾਕੀ ਥਾਵਾਂ ਲਈ ਵੀ, ਉੱਤਰਾਖੰਡ ਜਾਂ ਜਿੰਨੇ ਵੀ ਲੋਕ ਹੈਗੇ ਆ ਉਹਨਾਂ ਲਈ ਵੀ ਫੈਸਲੇ ਹੋਣ। ਕਿਉਂਕਿ ਬੰਗਾਲ ਦੇ ਵਿੱਚ ਇਲੈਕਸ਼ਨ ਹੋਈ ਆ, ਕਿਸਾਨਾਂ ਨੇ ਜਾ ਕੇ ਆਪਣੇ ਢੰਗ ਨਾਲ ਉੱਥੇ ਕੰਪੇਨ ਵੀ ਕੀਤੀ ਆ, ਬਾਕੀ ਥਾਵਾਂ ਤੇ ਵੀ ਜਿਹੜਾ ਇਹ ਪ੍ਰੋਸੈਸ ਚੱਲਦਾ ਰਿਹਾ। ਪੰਜਾਬ ਨੂੰ ਇਹ ਤੋਂ ਵਿਰਵਾ ਨਹੀਂ ਕਰਨਾ ਚਾਹੀਦਾ। ਬੜਾ ਇਹ ਅਹਿਮ ਸਵਾਲ ਤੇ ਨੁਕਤਾ ਹੈ। ਦੂਜੀ ਗੱਲ, ਮੈਂ ਸਦਾ ਕੱਟੜ ਆਲੋਚਕ ਰਿਹਾ ਅਕਾਲੀ ਦਲ ਦਾ, ਤੇ ਹੁਣ ਵੀ ਉਹਨਾਂ ਦੀਆਂ ਨੀਤੀਆਂ ਜਿੱਥੇ ਗਲਤ ਆ ਉੱਥੇ ਉਹਨਾਂ ਦੇ ਆਲੋਚਕ ਹੈ। ਲੇਕਿਨ ਮੈਨੂੰ ਇੰਜ ਲੱਗਦਾ ਕਿ ਅਕਾਲੀ ਦਲ ਦੀ 100 ਦਿਨ 100 ਹਲਕਾ ਯਾਤਰਾ ਤੋਂ ਬਾਅਦ ਹੀ ਇਹ ਗੱਲ ਅੱਗੇ ਆਈ ਕਿ ਰੁਕਣ ਕੇ ਚੱਲਣ। ਉਹਨਾਂ ਨੇ ਇਹ ਜਿਹੜਾ ਵਾ ਮੈਂਡੇਟ ਲੈਣਾ ਚਾਹਿਆ ਇਹਨਾਂ ਤੋਂ ਕਿਸਾਨ ਜਥੇਬੰਦੀਆਂ ਤੋਂ ਇਹ ਆਗਿਆ ਲੈਣੀ ਚਾਹੀ ਹੈ। ਲੇਕਿਨ ਮੈਨੂੰ ਇੰਜ ਲੱਗਦਾ ਕਿ ਸਭ ਤੋਂ ਵੱਧ ਸੇਕ ਵੀ ਇਸ ਵੇਲੇ ਉਸੇ ਹੀ ਜਮਾਤ ਨੂੰ ਲੱਗ ਰਿਹਾ, ਕਿਉਂਕਿ ਕਾਂਗਰਸ ਦੀ ਜਿਹੜੀ ਜਮਾਤ ਹੈ, ਜਿਹੜੀ ਪਾਰਟੀ ਉਹਨਾਂ ਨੂੰ ਆਗਿਆ ਦੇ ਦਿੱਤੀ ਕਿ ਤੁਸੀਂ ਡਿਵੈਲਪਮੈਂਟ ਦੇ ਕੰਮ ਕਰ ਲਓ। ਸਿਮਰਨਜੀਤ ਸਿੰਘ ਮਾਨ ਨੂੰ ਬਰਗਾੜੀ ਚੱਲਦੇ ਰਹਿਣ ਲਈ ਅੰਦੋਲਨਕਾਰੀ ਹੋਣ ਦੀ ਹੈਸੀਅਤ 'ਚ ਫਾਇਦਾ ਮਿਲ ਗਿਆ। ਬੀਜੇਪੀ ਵਿਰੋਧ ਵਿੱਚ ਆ, ਸਿਰਫ ਇਹਦੇ 'ਚ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਨੂੰ ਜਿਹੜਾ ਇੱਕ ਤਰ੍ਹਾਂ ਨਾਲ ਰੋਕਿਆ ਗਿਆ ਜਾਂ ਰੋਕਿਆ ਨਜ਼ਰ ਆ ਰਿਹਾ। ਸੋ ਮੈਨੂੰ ਇੰਜ ਲੱਗਦਾ ਕਿ ਪੱਖਪਾਤ ਵੀ ਨਜ਼ਰ ਆਊਗਾ। ਕਿਸਾਨ ਜਥੇਬੰਦੀਆਂ ਨੂੰ ਮੁੜ ਕੇ ਸੋਚਣਾ ਚਾਹੀਦਾ। ਮੈਂ ਆਖਰੀ ਟਿੱਪਣੀ ਤੁਹਾਡੇ ਤੋਂ ਲੈਣਾ ਚਾਹੁੰਦਾ ਕਿ ਕੀ ਜਦੋਂ ਇਸ ਤਰ੍ਹਾਂ ਦਾ ਪ੍ਰੋਸੈਸ ਰੁਕ ਜਾਂਦਾ ਤਾਂ ਕੇਂਦਰੀ ਹਾਕਮ ਕੋਲ ਇਹ ਮੌਕਾ ਹੁੰਦਾ ਕਿ ਉਹ ਆਪਣੀ ਮਨਮਰਜ਼ੀ ਦਾ ਫੈਸਲਾ ਥੋਪ ਸਕੇ ਕਿਸੇ ਵੀ ਸਟੇਟ ਉੱਤੇ? ਕੀ ਅਸੀਂ ਆਪਣੇ ਵਾਲ ਕਿਸੇ ਹੋਰ ਦੇ ਹੱਥ 'ਚ ਫੜਾ ਰਹੇ? ਦੇਖੋ ਰੰਧਾਵਾ ਜੀ, ਬੜੀ ਜੋ ਤੁਸੀਂ ਸ਼ਰਤਨ ਗੱਲਾਂ ਕਰ ਰਹੇ ਹੋ, ਇੱਕ ਗੱਲ ਬੜੀ ਮੈਂ ਕਲੀਅਰ ਕਰ ਦਿਆਂ ਕਿ ਜਿਹੜੀ ਗਵਰਨਮੈਂਟ ਆਫ ਪੰਜਾਬ ਹੈ, ਮੇਬੀ ਇਟ ਇਜ਼ ਬੀ ਆਫ ਏ ਕਾਂਗਰਸ ਪਾਰਟੀ, ਪਰ ਉਹ ਪੰਜਾਬ ਸਰਕਾਰ ਹੈ, ਉਹ ਸਾਡੀ ਚੁਣੀ ਹੋਈ ਹੈ। ਚਾਹੇ ਕੁਛ ਹੋਵੇ, ਜਦੋਂ ਕੋਈ ਸਰਕਾਰ ਚੁਣੀ ਜਾਏ ਉਹ ਇੱਕ ਸਰਕਾਰ ਲੋਕਾਂ ਦੀ, ਮੀਨ ਸਟੇਟ ਦੀ ਹੈ। ਸਰਕਾਰ ਦੇ ਕੰਮ ਦੇ ਰਸਤੇ 'ਚ ਰੁਕਾਵਟ ਪਾਉਣਾ ਇਹ ਤਾਂ ਬਿਲਕੁਲ ਹੀ ਗਲਤ ਹੋਏਗਾ। ਆਫਟਰ ਰੋਜ਼ ਅਸੀਂ ਪੜ੍ਹਦੇ ਹਾਂ, ਅੱਜ ਯੂਨੀਵਰਸਿਟੀ ਬਣ ਗਈ, ਅੱਜ ਸੜਕ ਬਣ ਗਈ ਆ, ਇਹ ਗਵਰਨਮੈਂਟ ਦਾ ਅੱਛਾ, ਇਹ ਸਾਰੀਆਂ ਸਰਕਾਰਾਂ ਕਿ ਅਖੀਰਲੇ ਸਾਲ ਜ਼ਿਆਦਾ ਕੰਮ ਹੁੰਦਾ। ਇਸ ਕਰਕੇ ਇਹ ਕਹਿਣਾ ਜੀ ਹੁਣ ਉਹ ਇਹ ਕਰਨ, ਉਹਦੇ ਵਿੱਚ ਰੁਕਾਵਟ ਪਾਓਗੇ ਤਾਂ ਜਿਹੜਾ ਤੁਹਾਨੂੰ ਦੂਜਾ ਖਦਸ਼ਾ ਕਿ ਜੇ ਗਵਰਨਮੈਂਟ ਦੇ ਵਰਕਿੰਗ ਨੂੰ ਵੀ ਅਸੀਂ ਰੋਕਾਂਗੇ ਤਾਂ ਫਿਰ ਸੈਂਟਰ ਨੂੰ ਥੋੜਾ ਜਿਹਾ ਇਸ ਪਾਸੇ ਕੁਝ ਐਕਸ਼ਨ ਲੈਣ ਦੀ ਅਸੀਂ ਖੁੱਲ੍ਹ ਦਿੰਦੇ ਹਾਂ। ਸੋ ਮੈਂ ਤਾਂ ਬੜਾ ਕਲੀਅਰ ਹਾਂ ਕਿ ਪੰਜਾਬ ਜਿੰਨੇ ਵਾਰੀ ਪ੍ਰਧਾਨ ਰਾਜ ਹੋਇਆ, ਪੰਜਾਬ ਨੇ ਸਫਰ ਕੀਤਾ। ਪੰਜਾਬ ਦੀ ਵਰਸ ਕੰਡੀਸ਼ਨ ਮੈਂ ਤਾਂ ਗਵਰਨਮੈਂਟ ਸਰਵਿਸ 57 ਤੋਂ ਕਰਦਾ। ਮੈਂ ਸ਼ੁਰੂ ਤੋਂ ਇਹ ਗੱਲ ਦੇਖਿਆ,
ਜਦੋਂ ਪ੍ਰਧਾਨ ਰਾਜ ਪੰਜਾਬ ਵਿੱਚ ਆਇਆ, ਪੰਜਾਬ ਦਾ ਨੁਕਸਾਨ ਹੋਇਆ। ਸੈਂਟਰ ਡਾਇਰੈਕਟ ਹਕੂਮਤ ਚਲਾਉਂਦਾ, ਇਹ ਪੈਪਸੂ 'ਚ ਵੀ ਹੋਇਆ ਪੰਜਾਬ। ਸੋ ਇਸ ਕਰਕੇ ਅਸੀਂ ਉਧਰ ਨੂੰ ਨਾ ਤੱਕੀਏ, ਕੋਈ ਮੌਕਾ ਨਾ ਦਈਏ ਐਸਾ ਕਿ ਜਿਹੜਾ ਪੰਜਾਬ ਦਾ ਡੈਮੋਕ੍ਰੈਟਿਕ ਸਿਸਟਮ ਜਾਂ ਗੌਰਮੈਂਟ ਉਸ ਤੋਂ ਦੂਰ ਹੋਵੇ। ਮੈਂ ਬੜਾ ਕਲੀਅਰ ਹਾਂ, ਜੇ ਇੱਕ ਕਿਸਾਨ ਭਰਾ ਬੜੇ ਸਿਆਣੇ, ਉਹ ਦੁਬਾਰਾ ਕੋਈ ਮੀਟਿੰਗ ਕਰਨ, ਇਹਦਾ ਵਾਇਆ ਮੀਡੀਆ ਲੱਭਣ, ਤਾਂ ਕਿ ਉਹਨਾਂ ਦੀ ਜਿਹੜੀ ਗੱਲ ਹੈ ਉਹ ਵੀ ਸੁਣੀ ਜਾਏ, ਔਰ ਪੋਲੀਟੀਕਲ ਪ੍ਰੋਸੈਸ ਪੋਲੀਟੀਕਲ ਪਾਰਟੀਆਂ ਦਾ ਵੀ ਲੱਗੇ। ਔਰ ਪਾਰਟੀਆਂ ਦੇ, ਮੈਂ ਜੋ ਅਖਬਾਰ 'ਚ ਪੜ੍ਹਿਆ, ਸਾਰਿਆਂ ਨੇ ਕਿਹਾ ਜੀ ਸਲਾਹ ਕਰਕੇ, ਸੋ ਬੜਾ ਅੱਛੀ ਗੱਲ ਹੈ, ਦੂਜੀ ਮੀਟਿੰਗ ਫਿਰ ਹੋਵੇ। ਤਾਂ ਮੇਰੀ ਰਾਏ ਹੈ ਕਿ ਜੋ ਅੱਜ ਆਪਣੀ ਇਹ ਬਹਿਸ ਹੈ ਉਹ ਇਸੇ ਗੱਲ ਤੇ ਹੈ ਕਿ ਡੈਮੋਕ੍ਰੈਟਿਕ ਪ੍ਰੋਸੈਸ ਬਿਫੋਰ ਇਲੈਕਸ਼ਨ ਰੋਕਣਾ ਗਲਤ ਹੈ। ਇਹ ਨਹੀਂ ਹੋਵੇ, ਇਹਦਾ ਵਾਇਆ ਮੀਡੀਆ ਕਿ ਕਿਸਾਨ ਭਰਾਵਾਂ ਨੂੰ ਵੀ ਸਪੋਰਟ ਪਾਰਟੀਆਂ ਸਾਰੀਆਂ ਕਰਨ, ਉਹ ਆਪਣਾ ਕੰਮ ਵੀ ਕਰਨ। ਔਰ ਗਵਰਨਮੈਂਟ ਇਸ ਤੋਂ ਡਿਫਰੈਂਟ ਹੈ, ਗਵਰਨਮੈਂਟ ਤੇ ਕੋਈ ਵੀ ਬੰਦਾ ਨਹੀਂ ਸਰ, ਆਖਰੀ ਇਸ ਮਰਲੇ ਦਾ ਆਖਰੀ ਸ਼ੰਕਾ ਹੈ ਮੇਰਾ ਕਿ ਕਿਉਂਕਿ ਗਵਰਨਮੈਂਟ ਆਖਰੀ 6 ਮਹੀਨਿਆਂ 'ਚ ਐਕਟਿਵ ਹੁੰਦੀ ਆ, ਪੰਜਾਬ ਦੀ ਰਵਾਇਤ ਬਣ ਗਈ ਆ, ਮਗਰਲੇ 6 ਮਹੀਨਿਆਂ 'ਚ ਹੀ ਕੰਮ ਹੁੰਦੇ ਆ, ਉਹ ਕੰਮ ਸਾਰੇ ਦੇ ਸਾਰੇ ਵੋਟਾਂ ਲੈਣ ਦੇ ਨਜ਼ਰੀਓਂ ਹੀ ਗਿਣੇ ਜਾਂਦੇ ਆ। ਸੋ ਇੱਕ ਧਿਰ ਨੂੰ ਆਗਿਆ ਹੋਵੇ, ਬੀਜੇਪੀ ਵੀ ਗਵਰਨਮੈਂਟ 'ਚ, ਉਹ ਵੀ ਆਪਣਾ ਪ੍ਰੋਗਰਾਮ ਪਾਲਿਸੀ ਚਲਾਉਂਦੇ ਰਹਿਣ, ਲੇਕਿਨ ਫਿਰ ਜਿਹੜੀਆਂ ਬਾਕੀ ਧਿਰਾਂ ਜਿਹੜੀਆਂ ਸੱਤਾ ਤੋਂ ਪਾਸੇ ਆ, ਜਿਹੜੀਆਂ ਸੱਤਾ 'ਚ ਆਉਣ ਲਈ ਹੱਥ ਪੈਰ ਮਾਰਦੀਆਂ, ਇਹਦਾ ਮਤਲਬ ਮੇਜਰ ਪਾਬੰਦੀਆਂ ਤੇ ਉਹਨਾਂ ਤੇ ਆਇਦ ਹੋ ਗਈਆਂ। ਪੱਖਪਾਤ ਲੱਗਦਾ ਇਸ ਮਾਮਲੇ 'ਚ ਜੇ ਕਰਨ, ਮੈਨੂੰ ਇੰਜ ਲੱਗਦਾ ਕਿ ਪਹਿਲੀ ਗੱਲ ਤਾਂ ਤੁਹਾਨੂੰ ਇਹਨਾਂ ਲੋਕਾਂ ਨੂੰ ਆਜ਼ਾਦੀ ਦੇਣੀ ਚਾਹੀਦੀ ਆ। ਇਸ ਨੀਤੀ ਤੁਸੀਂ ਜਿਵੇਂ ਕਿਹਾ ਕਿ ਉਹ ਕਿਸਾਨਾਂ ਨੂੰ ਲੈ ਕੇ ਸਭ ਤੋਂ ਪਹਿਲਾਂ ਜਿੱਥੇ ਵੀ ਮੀਟਿੰਗ ਕਰਨ, ਲੋਕਾਂ ਨੂੰ ਕਹਿਣ ਕਿ ਇਹਦਾ ਸਮਰਥਨ ਕਰੋ, ਅਸੀਂ ਬਿਨਾਂ ਸ਼ਰਤ ਸਮਰਥਨ ਕਰਦੇ ਹਾਂ। ਤੁਸੀਂ ਠੀਕ ਕਹਿ ਰਹੇ ਹੋ ਕਿ ਹਰ ਮੂਵਮੈਂਟ, ਹਰ ਜਿਹੜੀ ਮੂਵ ਹੈ ਕਿਸੇ ਵੀ ਧਿਰ ਦੀ, ਭਾਵੇਂ ਉਹ ਰੈਲੀ ਹੋਵੇ, ਭਾਵੇਂ ਉਹ ਚੇਤਨਾ ਮਾਰਚ ਹੋਵੇ, ਉਹ ਕਹਿਣ ਕਿ ਪਹਿਲਾਂ ਅਸੀਂ ਕਿਸਾਨਾਂ ਦੇ ਨਾਲ ਆ, ਦੂਜੀ ਗੱਲ ਅਸੀਂ ਬਾਅਦ 'ਚ ਕਰ ਰਹੇ ਹਾਂ। ਲੇਕਿਨ ਇਹ ਇਸ ਵੇਲੇ ਜਿਹੜੀ ਸਥਿਤੀ 'ਚ ਆ, ਕਿਸਾਨ ਜਥੇਬੰਦੀਆਂ ਤੁਹਾਨੂੰ ਲੱਗਦਾ ਇਹਦੇ ਤੇ ਦੁਬਾਰਾ ਵਿਚਾਰ ਕਰ ਲੈਣਗੀਆਂ ਕਿਉਂਕਿ ਇਸ ਵੇਲੇ ਕੁਝ ਸਖਤ ਫੈਸਲੇ ਹੋ ਗਏ? ਆਈ ਐਗਰੀ ਕਿ ਇਸ ਨੂੰ ਦੁਬਾਰਾ ਮੀਟਿੰਗ ਕਰਕੇ ਕਿਸਾਨ ਭਰਾ ਰੀਥਿੰਕ ਕਰਨ ਔਰ ਇਹਦਾ ਪੋਜ਼ਿਟਿਵ ਹੱਲ ਕੱਢਣ। ਅਗਲੀ ਗੱਲ, ਬਟਾਲਾ ਜ਼ਿਲ੍ਹਾ ਬਣਾਉਣ ਦੀ ਬਹੁਤ ਦਿਨਾਂ ਦੀ ਕਵਾਇਦ ਆ, ਔਰ ਜਿਹੜੀਆਂ ਆਪਸ ਵਿੱਚ ਵਿਰੋਧੀ ਧਿਰਾਂ ਨੇ ਕਾਂਗਰਸ ਦੇ ਅੰਦਰ ਤੇ ਸਰਕਾਰ ਦੇ ਅੰਦਰ, ਉਹ ਇਸ ਮਾਮਲੇ 'ਚ ਇੱਕ ਮਤ ਆ। ਲੇਕਿਨ ਇਸ ਇੱਕ ਮਤ ਨੇ ਅੱਗੇ ਵੱਧ ਕੇ ਇੱਕ ਵਿਵਾਦ ਦਾ ਰੂਪ ਧਾਰ ਲਿਆ ਵੀ ਕਿਹਦੇ ਸਿਰ ਤੇ ਤਾਜ ਸੱਜੇ, ਜਿਹੜੇ ਵਜ਼ੀਰ ਨੇ ਉਹਨਾਂ ਦੇ ਸਿਰ ਤੇ ਸੱਜੇ ਜਾਂ ਜਿਹੜੇ ਮੈਂਬਰ ਪਾਰਲੀਮੈਂਟ ਹੈ ਉਹਨਾਂ ਦੇ ਸਿਰ ਤੇ ਸੱਜੇ। ਐਸੀ ਲੜਾਈ ਦੇ ਵਿੱਚ ਇੱਕ ਹੋਰ ਖਿਆਲ ਉੱਭਰਦਾ ਹੈ ਕਿ ਜੇ ਬਟਾਲੇ ਨੂੰ ਜ਼ਿਲ੍ਹਾ ਬਣਾਤਾ ਜਾਂਦਾ ਤਾਂ ਗੁਰਦਾਸਪੁਰ ਦਾ ਕੀ ਹੋਊਗਾ, ਔਰ ਗੁਰਦਾਸਪੁਰ ਦੇ ਵਕੀਲ ਉੱਥੋਂ ਦੇ ਐਮਐਲਏ ਨਾਲ ਮੂਵਮੈਂਟ ਚਲਾ ਰਹੇ। ਇਹ ਸਾਰੀ ਮੈਂ ਤਾਂ ਗੱਲ ਕਹਿ ਰਿਹਾ ਕਿਉਂਕਿ ਇਹਦੇ ਅੱਗੇ ਇੱਕ ਮੂਵਮੈਂਟ ਚੱਲ ਰਹੀ ਆ ਕਿ ਬਟਾਲਾ ਫਿਲਹਾਲ ਪੁਲਿਸ ਜ਼ਿਲ੍ਹਾ ਹੈ, ਔਰ ਬਟਾਲਾ ਦੇ ਵਿੱਚ ਬਹੁਤ ਸਾਰੀਆਂ ਐਸੀਆਂ ਸ਼ਕਤੀਆਂ ਨੇ ਜਿਹੜੀਆਂ ਉਹਨੂੰ ਜ਼ਿਲ੍ਹੇ ਵਰਗੀਆਂ ਪ੍ਰਦਾਨ ਕਰਦੀਆਂ। ਲੇਕਿਨ ਡੇਰਾ ਬਾਬਾ ਨਾਨਕ ਇੱਕ ਐਸੀ ਜਗ੍ਹਾ ਹੈ ਜਿਹਦਾ ਸਿੱਧਾ ਸਿੱਖ ਧਰਮ ਨਾਲ ਬਹੁਤ ਨੇੜੇ ਦਾ ਤਾਲੁਕ ਹੈ, ਔਰ ਇਹਦੇ ਨਾਲ ਜੁੜਦਾ ਬਾਰਡਰ ਏਰੀਆ ਬਹੁਤ ਸਾਰਾ। ਇੱਥੇ ਕੇਂਦਰ ਇਨਵੈਸਟਮੈਂਟ ਕਰ ਸਕਦਾ ਹੈ, ਉਹ ਸਮਾਰਟ ਸਕੀਮ ਤਹਿਤ ਇਹਨੂੰ ਅਪਣਾ ਵੀ ਸਕਦਾ। ਕਿ ਪੰਜਾਬ ਸਰਕਾਰ ਨੂੰ ਡੇਰਾ ਬਾਬਾ ਨਾਨਕ ਨੂੰ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਨਜ਼ਰੀਓਂ ਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੀਆਂ ਭਾਵਨਾਵਾਂ ਦੇ ਨਜ਼ਰੀਓਂ ਵਿਕਸਿਤ ਕਰਨ ਲਈ ਅੱਗੇ ਵਧਣਾ ਚਾਹੀਦਾ। ਜ਼ਿਲ੍ਹੇ ਬਣਾਉਣ ਦੀ ਕਵਾਇਦ ਰੋਕ ਕੇ ਜਿਹੜੀਆਂ ਇਤਿਹਾਸਕ ਥਾਵਾਂ ਉਹਨਾਂ ਲਈ ਤਵੱਜੋ ਦੇਣੀ ਬਣਦੀ ਹੈ। ਮੈਂ ਕਿਉਂਕਿ ਤੁਹਾਡਾ ਤਜਰਬਾ ਬੜਾ ਹੈ ਤੇ ਤੁਸੀਂ ਇਹਨਾਂ ਇਤਿਹਾਸ ਦੇ ਪੈੜਾਂ ਦੇ ਨਾਲ ਤੁਰਦੇ ਆਏ ਹੋ, ਉਮਰ ਭਰ ਦੇ ਤਜਰਬੇ ਚ ਦੱਸਿਓ ਡੇਰਾ ਬਾਬਾ ਨਾਨਕ ਦੀ ਅਹਿਮੀਅਤ ਸੈਂਟਰ ਔਰ ਪੰਜਾਬ ਦੀ ਇਨਵੈਸਟਮੈਂਟ ਔਰ ਇਸ ਜਗ੍ਹਾ ਨੂੰ ਵਿਕਸਿਤ ਕਰਨ ਲਈ ਤੁਹਾਨੂੰ ਲੱਗਦਾ ਇਹਦੀ ਕੋਈ ਅਹਿਮੀਅਤ ਹੋ ਸਕਦੀ? ਦੇਖੋ ਰੰਧਾਵਾ ਜੀ, ਤੁਸੀਂ ਜੋ ਸਵਾਲ ਕਰ ਰਹੇ ਹੋ ਨਾ, ਇਹਦਾ ਜਵਾਬ ਵੀ ਤੁਹਾਡਾ ਮੈਂ ਇਹਦੇ ਨਾਲ ਸਹਿਮਤੀ ਕਰਦਾ ਹਾਂ ਕਿ ਇੰਪੋਰਟੈਂਸ ਆਫ ਡੇਰਾ ਬਾਬਾ ਨਾਨਕ ਇੰਟਰਨੈਸ਼ਨਲ ਹੋ ਚੁੱਕੀ ਹੈ। ਦੇਖੋ ਪਹਿਲਾਂ ਤਾਂ ਡੇਰਾ ਬਾਬਾ ਨਾਨਕ ਬਾਬਾ ਸ੍ਰੀ ਚੰਦ ਜੀ ਨੇ ਵਸਾਇਆ, ਅਸੀਂ ਉਹ ਭੁੱਲ ਹੀ ਗਏ ਕਿ ਗੁਰੂ ਨਾਨਕ ਸਾਹਿਬ ਦੀ ਉੱਥੋਂ ਜਦੋਂ ਜੋਤੀ ਜੋਤ ਸਮਾਏ ਤਾਂ ਬਾਬਾ ਸ੍ਰੀ ਚੰਦ ਨੇ ਉੱਥੋਂ ਲਿਆ ਕੇ ਤੋੜੀ ਇਹ ਡੇਰਾ ਬਾਬਾ ਨਾਨਕ ਵਸਾਇਆ। ਸੋ ਡੇਰਾ ਬਾਬਾ ਨਾਨਕ ਅੱਜ ਜਦੋਂ ਕਾਰੀਡੋਰ ਖੁੱਲਿਆ ਤਾਂ ਇਹਦੀ ਦੁਨੀਆ ਭਰ ਵਿੱਚ ਚਰਚਾ ਹੈ। ਇਹ ਠੀਕ ਹੈ ਕਿ ਕੋਈ ਰੀਜ਼ਨ ਕਰਕੇ ਸਰਕਾਰ ਨੇ ਇਹਨੂੰ ਬੰਦ ਕੀਤਾ, ਇਹ ਖੁੱਲ੍ਹਣਾ ਚਾਹੀਦਾ ਹੈ। ਗੌਰਮੈਂਟ ਆਫ ਇੰਡੀਆ ਸ਼ੁੱਡ ਰੀਥਿੰਕ, ਪਾਕਿਸਤਾਨ ਨਾਲ ਮੀਟਿੰਗ ਕਰਕੇ ਇਹ ਖੁੱਲ੍ਹੇ। ਲੇਕਿਨ ਮੈਂ ਇਹ ਦੱਸਣਾ ਚਾਹੁੰਦਾ ਕਿ ਵਰਲਡ ਵਾਈਡ ਡੇਰਾ ਬਾਬਾ ਨਾਨਕ ਦਾ ਨਾਮ ਬਹੁਤ ਵੱਡਾ ਅੱਗੇ ਆਇਆ, ਇਸ ਕਰਕੇ ਕਿ ਦੁਨੀਆ ਦੇ ਦੋ ਮੁਲਕਾਂ ਦਾ ਜੋੜਨਾ ਕਾਰੀਡੋਰ, ਇਹ ਇੰਟਰਨੈਸ਼ਨਲ ਨਿਊਜ਼ ਬਣੀ। ਦੇਖੋ ਇੱਕ ਬਰਲਿਨ ਵਾਲ ਹੁੰਦੀ ਸੀ, ਬਰਲਿਨ ਸ਼ਹਿਰ ਵਾਲ ਬਣੀ ਸੀ, ਮੈਂ ਵੀ ਦੇਖੀ ਜਾ ਕੇ ਬਰਲਿਨ, ਉਹ ਦੁਨੀਆ ਹੈਰਾਨ ਸੀ। ਤੇ ਉੱਥੇ ਦੋਨੋਂ ਪਾਸੇ ਦਾ ਮੇਨ ਗੇਟ ਸੀ, ਉਹਦੇ ਬਾਹਰ ਜਿਹੜੀ ਗਵਰਨਮੈਂਟ ਦੇ ਦੋਨੋਂ ਪਾਸੇ ਏਡੇ ਵੱਡੇ ਦਫ਼ਤਰ ਬਣੇ ਸਨ, ਐਡੇ ਤੇ ਦੁਨੀਆ ਆ ਕੇ ਉੱਥੇ ਫੋਟੋ ਖਿਚਾਉਂਦੀ।
ਉਹ ਬੜੀ ਵੱਡੀ ਇੱਕ ਦੂਜਾ ਜੇ ਫਿਰ ਟੁੱਟੀ 1991 ਤਾਂ ਬੜੀ ਵਰਲਡ ਨਿਊਜ਼ ਹੋਈ ਕਿ ਦੀਵਾਰ ਟੁੱਟੀ। ਸਾਡਾ ਇਹ ਜਿਹੜਾ ਕਾਰੀਡੋਰ ਹੈ ਇਹ ਉਸ ਤੋਂ ਵੀ ਵੱਡਾ ਇੰਪੋਰਟੈਂਟ ਹੈ। ਸੋ ਮੈਂ ਸਮਝਦਾ ਕਿ ਦੁਨੀਆ ਜਦੋਂ ਇਹ ਖੁੱਲ ਜਾਏਗਾ ਤਾਂ ਲੋਕ ਇੰਨੇ ਆਉਣਗੇ। ਯੂ ਹੈਵ ਟੂ ਹੈਵ ਏ ਆਫਿਸ ਸਟੇਟਸ ਆਫ ਡਿਸਟ੍ਰਿਕਟ ਜਿੱਥੇ IAS ਅਫਸਰ, ਪੁਲਿਸ ਦੇ ਅਫਸਰ ਹਰ ਵਕਤ ਅਵੇਲੇਬਲ ਹੋ। ਆਫਟਰ ਜਦੋਂ VIP ਦੀ ਉੱਥੇ ਇੰਨੀ ਮੂਵਮੈਂਟ, ਦੇਖੋ ਜਦੋਂ ਪਹਿਲਾਂ ਖੁੱਲਿਆ ਤੁਸੀਂ ਦੇਖਿਆ ਇੰਡੀਆ ਦਾ ਕੋਈ VIP ਨਹੀਂ ਰਿਹਾ ਜਿਹੜਾ ਨਹੀਂ ਗਿਆ, ਹਰ ਇੱਕ ਨੂੰ ਠੀਕ ਮੈਂ ਵੀ ਜਾਵਾਂ। ਸੋ ਮੈਂ ਇਹ ਸਮਝਦਾ ਕਿ ਇੰਪੋਰਟੈਂਸ ਆਫ ਡੇਰਾ ਬਾਬਾ ਨਾਨਕ ਟੂਡੇ is much more than any other city around ਗੁਰਦਾਸਪੁਰ ਜ਼ਿਲ੍ਹਾ। ਬਾਕੀ ਜ਼ਿਲ੍ਹੇ ਛੋਟੇ ਵੱਡੇ ਦੇ ਅਸੀਂ ਪੁੱਛੋ ਨਾ, ਸਟੇਟਾਂ ਇੰਡੀਆ ਦੀ ਐਸੀਆਂ ਜਿੱਥੇ ਆਬਾਦੀ ਲੱਖ 2-2 ਲੱਖ ਦੀ ਹੈ ਜੀ, ਕਿਸੇ ਨੇ ਸਟੇਟ ਕਿਉਂ ਬਣਾਤੀ? ਹਾਲਾਂਕਿ ਐਸੀਆਂ ਸਟੇਟਾਂ ਹੋਰ ਛੋਟੀ ਛੋਟੀਆਂ ਹੁਣ ਬਣ ਰਹੀਆਂ। ਸੋ ਇਸ ਕਰਕੇ ਛੋਟਾ ਵੱਡਾ ਜ਼ਿਲ੍ਹਾ ਹੋਣਾ ਇਹ ਕੋਈ ਕੰਸੈਸ਼ਨ ਸਰਕਾਰ ਦੀ ਨਹੀਂ ਹੁੰਦੀ। ਸਰਕਾਰ ਨੇ ਮਲੇਰਕੋਟਲਾ ਬਣਾਇਆ, ਬੜਾ ਅੱਛਾ ਕੀਤਾ, ਬੜੇ ਖੁਸ਼ ਹੋਏ ਲੋਕ। ਸੋ ਮੈਂ ਸਮਝਦਾ ਕਿ ਡੇਰਾ ਬਾਬਾ ਨਾਨਕ ਦੀ ਇੰਪੋਰਟੈਂਸ ਵਧਾਉਣ ਲਈ ਔਰ ਇਹਨੂੰ ਜੋ ਕਿਉਂਕਿ ਅਸੀਂ ਖੋਲ੍ਹਣਾ ਚਾਹੁੰਦੇ ਹਾਂ, ਇਹ ਇੱਕ ਹੋਰ ਪ੍ਰੈਸ਼ਰ ਹੋ ਜਾਏਗਾ ਕਿ ਦੇਖੋ ਪੰਜਾਬ ਸਰਕਾਰ ਕਿੰਨਾ ਕੀਨ ਹੈ। ਜਿੰਨਾ ਸਿੱਖ ਡਾਇਸਪੋਰਾ ਬੜਾ ਖੁਸ਼ ਹੋਏਗਾ, ਵਰਲਡ ਵਾਈਡ ਸਿੱਖਾਂ ਨੂੰ ਇੱਕ ਮੈਸੇਜ ਜਾਏਗਾ ਕਿ ਪੰਜਾਬ ਦੇ ਲੋਕ ਇਹਨੂੰ ਜ਼ਿਆਦਾ ਇੰਪੋਰਟੈਂਸ ਦੇਣਾ ਚਾਹੁੰਦੇ ਹਨ। ਸੋ ਮੈਂ ਤਾਂ ਤੁਹਾਨੂੰ ਹੀ ਰਾਹੀਂ ਇਹ ਬੇਨਤੀ ਕਰਦਾ ਕਿ ਤੁਸੀਂ ਵੀ ਗੁਰਦਾਸਪੁਰ ਜ਼ਿਲ੍ਹੇ ਦੇ ਹੋ ਕਿ ਡੇਰਾ ਬਾਬਾ ਨਾਨਕ ਬਣੇ। ਨਾਲ ਇੱਕ ਮੈਂ ਜ਼ਰੂਰ ਬੇਨਤੀ ਕਰਦਾ, ਸਿੱਖਾਂ ਨੇ ਅੱਜ ਤੱਕ ਬਾਬਾ ਸ੍ਰੀ ਚੰਦ ਇਗਨੋਰ ਕਰ ਰੱਖਿਆ। ਬਾਬਾ ਸ੍ਰੀ ਚੰਦ ਦੀ ਉਹ ਸੇਵਾ ਹੈ ਕੌਮ ਲਈ ਕਿ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੋਂ ਬਾਅਦ ਮਿਸਲਾਂ ਦੇ ਆਉਣ ਤੱਕ 60-70 ਸਾਲ ਜੋ ਗੁਰਦੁਆਰੇ, ਜੋ ਸਿੱਖ ਅਸਥਾਨ, ਇਹ ਸਾਰੇ ਬਾਬਾ ਸ੍ਰੀ ਚੰਦ ਦੇ ਸੈਕਟ ਨੇ, ਉਦਾਸੀਆਂ ਨੇ ਇਹ ਸੰਭਾਲੇ ਔਰ ਕਾਇਮ ਰੱਖੇ। ਔਰ ਹੁਣ ਵੀ ਜਿੱਦੇ ਜਾਓ ਉਦਾਸੀ ਮੱਠ ਉਹਦੇ ਧੰਨ ਗੁਰੂ ਨਾਨਕ ਹੁੰਦੀ ਹੈ। ਅਸੀਂ ਬਾਬਾ ਸ੍ਰੀ ਚੰਦ ਦੇ ਨਾਂ ਦੀ ਡੇਰਾ ਬਾਬਾ ਨਾਨਕ ਕੰਪਲੈਕਸ ਦਾ ਨਾਂ ਹੀ ਬਦਲੋ, ਕੁਛ ਕਰੋ, ਉਹਨਾਂ ਨੂੰ ਵੀ ਕਦਰ ਪਾਓ ਤਾਂ ਕਿ ਸਾਰੀ ਦੁਨੀਆ ਪਤਾ ਲੱਗੇ ਗੁਰੂ ਨਾਨਕ ਦਾ ਪੁੱਤਰ ਬਾਬਾ ਸ੍ਰੀ ਚੰਦ ਇਹ ਇੱਥੇ ਇਸ ਦਾ ਡੇਰਾ ਹੈ, ਅਸੀਂ ਇਹ ਕਰਿਆ। ਸੋ ਮੈਂ ਇਸ ਗੱਲ ਦੀ ਤੁਹਾਡੇ ਨਾਲ ਸੰਮਤੀ ਦਿੰਦਾ। ਬਿਲਕੁਲ, ਪੰਜਾਬ ਦੇ ਮੁੱਖ ਮੰਤਰੀ ਨੂੰ ਇਤਿਹਾਸ ਨਾਲ ਲਗਾਇਆ ਹੈ, ਲੇਕਿਨ ਇਕੱਲੇ ਲਗਾਣਾ ਨਹੀਂ ਸਰਦਾ। ਜੇ ਕੁਝ ਕਰੋਗੇ ਤਾਂ ਇਤਿਹਾਸ ਦਾ ਹਿੱਸਾ ਬਣੋਗੇ, ਅਦਰਵਾਈਜ਼ ਤੁਹਾਨੂੰ ਵੀ ਪਤਾ ਚੈਪਟਰ ਦੇ ਵਿੱਚ ਇੱਕ ਹੀ ਲਾਈਨ ਪਈ ਹੁੰਦੀ ਆ ਕਿ ਇਹ ਦੌਰ ਬਿਹਤਰ ਦੌਰ ਨਹੀਂ ਸੀ। ਮੈਂ ਸਮਝਣਾ ਚਾਹੂੰਗਾ ਜਲਿਆਂਵਾਲੇ ਬਾਗ ਦੇ ਇਤਿਹਾਸ ਵਾਲੇ ਨਜ਼ਰੀਏ ਤੋਂ ਪੈਂਦੇ ਰੌਲੇ ਨੂੰ ਤੁਸੀਂ, ਕਿਉਂਕਿ ਜਲਿਆਂਵਾਲੇ ਬਾਗ ਟਰਸਟ ਦੇ ਜਿਹੜੇ ਆ ਉਹ ਮੈਂਬਰ ਹੋ, ਮੈਨੂੰ ਦੱਸਿਓ ਜਰਾ ਇਹ ਕੀ ਸਥਿਤੀ ਆ, ਜਲਿਆਂਵਾਲੇ ਬਾਗ ਟਰਸਟ ਦੀ ਜਿਹੜੀ ਸਥਿਤੀ ਆ ਉਹ ਕੀ ਹੈ? ਮੈਂ ਇੱਕ ਗੱਲ ਕਹਿ ਦਿਆਂ ਡੇਰਾ ਬਾਬਾ ਨਾਨਕ ਬਾਰੇ ਕਿ ਜਿਹੜਾ ਕਰਤਾਰਪੁਰ ਸਾਹਿਬ ਜਿਹੜਾ ਗੁਰਦੁਆਰਾ ਸਾਹਿਬ ਹੈ, ਇਹਦਾ ਵੀ ਪੱਥਰ ਲੇਟ ਮਹਾਰਾਜਾ ਪਟਿਆਲਾ ਨੇ ਰੱਖਿਆ ਸੀ। ਸੋ ਮਹਾਰਾਜਾ ਪਟਿਆਲਾ ਨੂੰ ਤਾਂ ਡਿਊਟੀ ਬਾਉਂਡ ਹੈ ਕਿ ਜਿੱਥੇ ਤੇ ਹੁਣ ਲਾਂਘਾ ਵੀ ਤੁਹਾਡੇ ਹੁੰਦਿਆਂ ਬਣਿਆ, ਤਾਂ ਇਸ ਜ਼ਿਲ੍ਹੇ ਨੂੰ ਤੇ ਮਹਾਰਾਜਾ ਸਾਹਿਬ ਨੂੰ ਚਾਹੀਦਾ ਹੈ ਕਿ ਆਪ ਹੀ ਬਿਨਾਂ ਕਿਸੇ ਪੋਲਿਟਿਕਸ ਤੋਂ ਇਹ ਅਨਾਉਂਸ ਕਰਨ ਤੇ ਇਹਦੀ ਸਾਰੀ ਦੁਨੀਆ ਜਵਾਬਾ ਖੱਟਣ। ਜਲਿਆਂਵਾਲਾ ਬਾਗ ਬਾਰੇ ਦੱਸਿਓ ਕਿਉਂਕਿ ਤੁਸੀਂ ਮੈਂਬਰ ਵੀ ਉਹਦੇ। ਜਲਿਆਂਵਾਲਾ ਬਾਗ ਦੇਖੋ 1919 ਵਿੱਚ ਇਹ ਵਾਕਿਆ ਹੋਇਆ ਕਿ ਜਦੋਂ ਇੱਥੇ ਆ ਕੇ ਜਨਰਲ ਡਾਇਰ ਨੇ ਗੋਲੀ ਚਲਾਈ ਔਰ ਸੈਂਕੜੇ ਲੋਕ ਮਰੇ। ਹਿੰਦੁਸਤਾਨ ਦੀ ਫਰੀडम ਮੂਵਮੈਂਟ 'ਚ ਇਦੋਂ ਵੱਡਾ ਖੂਨ ਔਰ ਇਦੋਂ ਵੱਡਾ ਸਾਕਾ ਨਹੀਂ ਹੋਇਆ। ਦਿਸ ਇਜ਼ ਮੇਰੇ ਕੋਲ ਟਰਨਿੰਗ ਪੁਆਇੰਟ ਇੰਡੀਆ ਦੀ ਫਰੀडम ਮੂਵਮੈਂਟ ਜਲਿਆਂਵਾਲਾ ਬਾਗ ਹੈ। ਹੁਣ ਇਹ 100 ਸਾਲ ਹੋ ਗਏ। ਜਦੋਂ 100 ਸਾਲ ਪੂਰੇ ਹੋਏ, ਜਿਹੜਾ ਨਵਾਂ ਟਰਸਟ ਹੈ ਇਹਦੇ 'ਚ 3 ਅਸੀਂ ਮੈਂਬਰ ਐਡ ਹੋਏ ਹਾਂ, ਬਾਦਲ ਸਾਹਿਬ, ਮੈਂ ਤੇ ਆਪਣਾ ਤੇ ਮਲਕ ਸਾਹਿਬ ਜਿਹੜੇ MP ਹੈ ਅਮਰ, ਇਹ ਅਸੀਂ 3 ਪਬਲਿਕ ਮੈਂਬਰ ਟਰਸਟੀ ਹਾਂ। ਬਾਕੀ ਪ੍ਰਾਈਮ ਮਿਨਿਸਟਰ, CM ਪੰਜਾਬ, ਗਵਰਨਰ ਔਰ ਹੋਮ ਮਿਨਿਸਟਰ, ਕਲਚਰ ਮਿਨਿਸਟਰ ਮੈਂਬਰ। ਸੋ ਮੈਂ ਇਹ ਸਮਝਦਾ ਕਿ ਅਸੀਂ ਜਦੋਂ ਮੈਂਬਰ ਬਣੇ ਤਾਂ ਇੱਕ ਮੀਟਿੰਗ ਮਲਕ ਸਾਹਿਬ ਤੇ ਮੈਂ ਦਿੱਲੀ ਹੋਈ। ਅਸੀਂ ਉੱਥੇ ਕਿਹਾ, ਸੁਜੈਸਟ ਕੀਤਾ ਬਈ ਇਹਦੀ ਜਿਹੜੀ ਪ੍ਰੀਜ਼ਰਵੇਸ਼ਨ ਹੈ, ਰੈਸਟੋਰੇਸ਼ਨ ਹੈ, ਇਹਨੂੰ ਕਿਉਂਕਿ 100 ਸਾਲ ਹੋ ਗਿਆ ਇਸ ਤੋਂ ਕੁਝ ਹੋਇਆ ਨਹੀਂ, ਤਾਂ ਇਹ ਪ੍ਰਪੋਜ਼ਲ ਦੇ ਕੇ ਗਵਰਨਮੈਂਟ ਮੋਦੀ ਸਾਹਿਬ ਨੇ ਅਗਰੀ ਕੀਤਾ ਕਿ ਅਸੀਂ ਫੰਡ ਦੇਣੇ ਆ, ਇਹਨੂੰ ਪ੍ਰੀਜ਼ਰਵ ਕਰੋ। ਲੇਕਿਨ ਮੈਨੂੰ ਇਹ ਬੜਾ ਦੁੱਖ ਹੈ ਕਿ ਜਿਹੜੀ ਸਾਡੀ ਅਸਲ ਬੇਸਿਕ ਸਕੀਮ ਸੀ ਉਸ ਚੋਂ ਜਿਹੜੀ ਕੰਪਨੀ ਨੇ ਚਾਹੇ ਆਰਕੀਓਲੋਜੀਕਲ ਡਿਪਾਰਟਮੈਂਟ ਨੇ ਕੀਤਾ, ਉਹ ਥੋੜੀਆਂ ਜੀਆਂ ਐਸੀਆਂ ਗੱਲਾਂ ਕਰੀਆਂ ਜਿਹੜੀਆਂ ਕਿ ਪਬਲਿਕ ਨੂੰ ਪਸੰਦ ਨਹੀਂ ਆਈਆਂ। ਰੰਧਾਵਾ ਜੀ ਦੁਨੀਆ ਭਰ ਤੁਸੀਂ ਘੁੰਮੇ ਹੋ, ਮੈਂ ਟੂਰਿਜ਼ਮ ਦਾ ਮੈਨੇਜਿੰਗ ਡਾਇਰੈਕਟਰ ਰਿਹਾ, ਆਰਕੀਓਲੋਜੀ ਪੰਜਾਬ ਦਾ ਵੀ ਮੈਂ ਮਹਿਕਮੇ ਦਾ ਵੀ ਹੈਡ ਰਿਹਾ। ਦੁਨੀਆ ਜਿਹੜੀ ਪੁਰਾਤਨਤਾ ਹੈ ਨਾ, ਕਿਧਰੇ ਰੋਮ ਚਲੇ ਜਾਓ, ਪੈਰਿਸ ਚਲੇ ਜਾਓ, ਜੋ ਓਰੀਜਨਲ ਚੀਜ਼ ਹੈ ਉਹਨੂੰ ਨਹੀਂ ਕੋਈ ਛੇੜਦਾ। ਹੁਣ ਇੱਦਾਂ ਲੱਗਿਆ ਕਿ ਜਦੋਂ ਆਪਾਂ ਉਹ ਸਟਰੀਟ ਹੈ, ਇਹ ਇਤਿਹਾਸਕ ਹੈ, ਗਲੀ ਜਿਸ ਗਲੀ ਚੋਂ ਲੋਕ ਲੰਘੇ, ਗਲੀ ਚੋਂ ਫੌਜ ਆ, ਉਹ ਗਲੀ ਹੁਣ ਐਂਟਰ ਹੋ ਕੇ ਲੱਗਦਾ ਕਿ ਥੀਏਟਰ ਹਾਲ ਜਾ ਰਹੇ।
ਉਹ ਗਲੀ ਗਲੀ ਵਾਲੀ ਗੱਲ ਖਤਮ ਹੋ ਗਈ, ਉੱਪਰ ਮਿਊਰਲ ਲੱਗ ਗਏ ਜਿਵੇਂ ਕਿਸੇ ਸਿਨੇਮਾ ਜਾਂ ਥੀਏਟਰ ਹਾਲ ਜਾ ਰਹੇ। ਇਹ ਕੀ ਲੋੜ ਸੀ? ਓਰੀਜਨੈਲਿਟੀ ਨੂੰ ਪਹਿਲਾਂ ਹੀ ਮਾਰਤਾ ਕਿ ਜਦੋਂ ਅਸੀਂ ਐਂਟਰੀ ਤੇ ਹੀ ਐਸੇ ਮਿਊਰਲ ਲਾਤੇ। ਤੇ ਮੈਂ ਉਸ ਦਾ ਇਤਰਾਜ਼ ਕੀਤਾ। ਉਸ ਤੋਂ ਬਾਅਦ ਰੰਧਾਵਾ ਜੀ, ਇਹ ਬਿਲਡਿੰਗ 100 ਸਾਲ ਪੁਰਾਣੀ ਹੈ, ਇਸ ਦੀਆਂ ਫੋਟੋ ਅਵੇਲੇਬਲ ਹਨ। ਜੋ ਬਿਲਡਿੰਗ ਪਹਿਲਾਂ ਸੀ, ਚਾਹੇ ਦਰਵਾਜ਼ੇ ਬਾਰੀਆਂ, ਉਹ ਕਾਇਮ ਰੱਖੋ, ਉਹਨੂੰ ਕਿਉਂ ਛੇੜਿਆ? ਉਸ ਤੋਂ ਬਾਅਦ ਰੰਧਾਵਾ ਜੀ ਅੰਦਰ ਜਾ ਕੇ ਪਹਿਲਾਂ ਇੱਕ ਛੋਟੇ ਛੋਟੇ ਮੀਨਾਰ ਬਣੇ ਸੀ, ਲਿਖਿਆ ਸੀ ਕਿ ਇੱਥੇ ਆ ਕੇ ਗੋਲੀ ਚਲਾਈ ਗਈ, ਇਹ ਖੂਹ ਹੈ। ਉਹ ਦੋਨੋਂ ਮੀਨਾਰ ਢਾ ਕੇ ਫਰਸ਼ ਤੇ ਲਿਖਤਾ, ਨਾ ਕਿਸੇ ਨੂੰ ਪਤਾ ਕੀ ਲਿਖਿਆ। ਉਹ ਗੱਲਾਂ ਗਲਤ ਹੋ ਗਈਆਂ। ਉਸ ਤੋਂ ਬਾਅਦ ਜਦੋਂ ਅਸੀਂ ਪਹਿਲਾਂ ਜਾਂਦੇ ਸੀ ਅੰਦਰ, ਉਹਨਾਂ ਸ਼ਹੀਦਾਂ ਦੀਆਂ ਫੋਟੋ ਸਨ। ਮੈਂ ਉਦੋਂ ਦੇਖਿਆ 15-20 ਫੋਟੋ, ਉਹਦੀ ਕਿਚਲੂ ਜੀ ਦੀ ਵੀ ਸੀ, ਹੋਰ ਲੋਕਾਂ ਦੀ। ਉਹ ਫੋਟੋ ਇਹਨਾਂ ਨੇ ਲਾ ਲਈਆਂ। ਮੈਂ ਇਹ ਲਿਖ ਕੇ ਭੇਜਿਆ ਕਿ ਕਮ ਸੇ ਕਮ ਉਹ ਫੋਟੋ ਉਹਨਾਂ ਬਜ਼ੁਰਗਾਂ ਦੀਆਂ, ਪਰਿਵਾਰਾਂ ਦੀਆਂ, ਉਹ ਸਾਰੀਆਂ ਕਿਸੇ ਗੈਲਰੀ 'ਚ ਲਾਈਆਂ ਜਾਣ। ਉਸ ਤੋਂ ਇਲਾਵਾ ਇੱਕ ਬੜੀ ਜ਼ਰੂਰੀ ਗੱਲ ਇਹ ਹੈ ਕਿ ਸਾਰੀਆਂ ਬੋਲੀਆਂ, ਹਿੰਦੀ, ਪੰਜਾਬੀ, ਅੰਗਰੇਜ਼ੀ, ਤਿੰਨਾਂ ਵਿੱਚ ਹਰ ਜਗ੍ਹਾ ਲਿਖਿਆ ਜਾਵੇ। ਉਸ ਤੋਂ ਇਲਾਵਾ ਜਿਹੜੀ ਲੋਕਾਂ ਦੀ ਕੋਈ ਹੋਰ ਡਿਮਾਂਡ ਹੈ, ਉਹ ਦੇਖੋ, ਜਿੱਦ ਤੱਕ ਸਵਾਲ ਖੂਹ ਦਾ, ਮੈਂ ਵੀ ਸਮਝਦਾ ਵੀ ਖੂਹ ਅਗਰ ਓਪਨ ਰਹਿੰਦਾ ਉਹ ਨੁਕਸਾਨ ਸੀ। ਖੂਹ ਨੂੰ ਪ੍ਰੋਪਰ ਪ੍ਰੀਜ਼ਰਵੇਸ਼ਨ ਕਰਕੇ ਲੋਕ ਲਗਾਤੇ ਇਹਦੇ ਪਲਾਸਟਿਕ ਦੇ, ਤਾਂ ਕਿ ਕੋਈ ਪਰਿੰਦਾ ਕੋਈ ਹੋਰ ਨਾ ਕਰੇ, ਉਹਦੇ 'ਚ ਦੈਟ ਇਜ਼ ਏ ਕੰਸੀਡਰੇਬਲ। ਲੇਕਿਨ ਮੇਰੀ ਹੁਣ ਵੀ ਰਾਏ, ਔਰ ਮੈਂ ਲਿਖ ਕੇ ਐਜ ਏ ਟਰਸਟੀ ਗੌਰਮੈਂਟ ਨੂੰ ਭੇਜ ਵੀ ਦਿੱਤਾ ਹੈ ਵੀ ਇਹ ਗੱਲਾਂ ਦੁਬਾਰਾ ਮੁੜ ਕੇ ਕਰੋ, ਤਾਂ ਕਿ ਲੋਕਾਂ ਦੀਆਂ ਜਿਹੜੀਆਂ ਭਾਵਨਾਵਾਂ ਨੂੰ ਅਸੀਂ, ਔਰ ਇੱਕ ਮੈਂ ਪੰਜਾਬ ਸਰਕਾਰ ਨੂੰ ਲਿਖ ਕੇ ਭੇਜਿਆ ਸੀ, CM ਸਾਹਿਬ ਨੇ ਆਰਡਰ ਕਰਤੇ ਕਿ ਜਿੰਨੇ ਸ਼ਹੀਦ ਹੋਏ ਰੰਧਾਵਾ ਜੀ, ਹਾਲਾਂ ਲਿਸਟ ਵੀ ਨਹੀਂ ਸਾਡੇ ਕੋਲ, ਵੀ ਅਚਾਨਕ ਲਿਸਟ CM ਸਾਹਿਬ ਨੇ ਐਲਾਨ ਕੀਤਾ ਕਿ DC ਤੇ ਵਾਈਸ ਚਾਂਸਲਰ ਯੂਨੀਵਰਸਿਟੀ ਅੰਮ੍ਰਿਤਸਰ ਇਹ ਦੇਣਗੇ, ਉਹਨਾਂ ਸਾਰਿਆਂ ਦੇ ਨਾਂ ਅੰਦਰ ਕਿਸੇ ਜਗ੍ਹਾ ਲਗਾਏ ਜਾਣ ਕਿ ਇਹ ਲੋਕ ਜਿਹੜੇ ਸ਼ਹੀਦ ਹੋਏ। ਸੋ ਜਲਿਆਂਵਾਲਾ ਬਾਗ ਬਾਰੇ ਬੜੀ ਵੱਡੀ ਮੇਰੀ ਆਲਰੇਡੀ ਇਨ ਰਾਈਟਿੰਗ ਮੈਂ ਭੇਜ ਚੁੱਕਾ, ਔਰ ਇਹ ਅੱਛਾ ਕੀਤਾ ਸਰਕਾਰ ਨੇ ਸੈਕਸ਼ਨ 44 ਲਾਣਾ, ਉਹ ਹੋ ਗਿਆ। ਲੇਕਿਨ ਗੱਲ ਬੜੀ ਕਲੀਅਰ ਹੈ ਕਿ ਇਹਦੀ ਜੋ ਵੀ ਕਾਰਵਾਈ ਹੈ ਉਹ ਓਰੀਜਨੈਲਿਟੀ ਕਾਇਮ ਰਹੇ, ਉਹਦੇ 'ਚ ਕੋਈ ਹੋਰ ਐਡੀਸ਼ਨ ਨਾ ਕੀਤੀ ਜਾਵੇ। ਇਹ ਬੜੀ ਲੋੜ ਹੈ, ਇਹਦੇ 'ਚ ਮੈਂ ਆਲਰੇਡੀ ਲਿਖਿਆ, ਫਿਰ ਵੀ ਮੈਂ ਡਿਮਾਂਡ ਕਰਦਾ ਰਹਾਂ। ਸਰਕਾਰਾਂ ਨੂੰ ਚਾਹੀਦਾ ਹੈ ਕਿ ਧਾਰਾ 44 ਲਾਉਣੀ ਨਾ ਪਵੇ, ਇਸ ਤਰ੍ਹਾਂ ਦੇ ਐਕਟ ਕਰਨ। ਜੇ ਲੋਕਾਂ ਦੀ ਮੰਗ ਹੈ ਤਾਂ ਜੋ ਲੋਕਾਂ ਦੀ ਮੰਗ ਆ ਉਹਨੂੰ ਪੂਰਾ ਕਰਨ, ਤਾਂ ਕਿ ਸਖਤੀ ਦੀ ਲੋੜ ਹੀ ਨਾ ਪਵੇ। ਇਹ ਸਖਤੀ ਦਾ ਪ੍ਰਤੀਕ ਰਿਹਾ ਅੰਗਰੇਜ਼ਾਂ ਵੇਲੇ, ਉਦੋਂ ਸਖਤੀ ਹੋਈ ਤਾਂ ਹੀ ਤਾਂ ਇਹ ਇਮਾਰਤਾਂ ਬਣੀਆਂ ਨੇ, ਤਾਂ ਹੀ ਇਹ ਸਮਾਰਕਾਂ ਬਣੀਆਂ ਨੇ। ਸੋ ਉਹਨਾਂ ਦਿਸ਼ਾ ਨੂੰ ਨਾ ਵਧਿਆ ਜਾਵੇ। ਹਾਕਮ ਸ਼੍ਰੇਣੀ ਲੋਕ ਭਾਵਨਾਵਾਂ ਦੀ ਕਦਰ ਕਰੇ। ਸਰਦਾਰ ਸਾਹਿਬ ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ।